ਅੱਜ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਮਵਾਰ ਦੀ ਤਰ੍ਹਾਂ ਵੀਰ ਸਿੰਘ ਜੀ ਸਾਡੇ ਨਾਲ ਫਿਲਾਸਫੀ ਦੇ ਵਿਸ਼ੇ ਦੇ ਉੱਤੇ ਵਿਚਾਰਾਂ ਦੀ ਸਾਂਝ ਕਰਦੇ ਹਨ। ਦੀ ਕਲਾਸ ਵਿੱਚ ਪਿਛਲੇ ਦਿਨਾਂ ਤੋਂ ਚੱਲਦੀ ਆ ਰਹੀ ਅਰਦਾਸ ਦੇ ਸੰਬੰਧੀ ਵਿਚਾਰਾਂ ਦੀ ਲੜੀ ਨੂੰ ਅੱਗੇ ਵਧਿਆ ਹੋਇਆ ਜੋ ਅਰਦਾਸ ਦਾ ਮੌਜੂਦਾ ਸਰੂਪ ਹੈ ਜੋ ਸਿੱਖ ਰਾਤ ਦੇ ਵਿੱਚ ਅੰਕਿਤ ਹੈ ਉਹਦੇ ਬਾਰੇ ਥੋੜੇ ਵਿਸਥਾਰ ਸਹਿਤ ਵੀਰ ਜੀ ਸਾਡੇ ਨਾਲ ਵਿਚਾਰ ਕਰਨਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅਰਦਾਸ ਦਾ ਸਬਜੈਕਟ ਵਿਸ਼ਾ ਅਸੀਂ ਪਹਿਲਾਂ ਵਿਚਾਰ ਅਧੀਨ ਰੱਖਿਆ ਹੋਇਆ ਹੈ। ਅਰਦਾਸ ਦਾ ਜੋ ਮੌਜੂਦਾ ਸਰੂਪ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵਿੱਚ ਦਿੱਤਾ ਗਿਆ ਹੈ, ਉਸਦੇ ਜੋ ਦੂਜਾ ਅੰਕ ਹੈ ਉਸ ਤੋਂ ਅਸੀਂ ਅੱਜ ਦੀ ਵਿਚਾਰ ਆਰੰਭ ਕਰਾਂਗੇ, ਕਿਉਂਕਿ ਜਿਹੜਾ ਪਹਿਲਾ ਹਿੱਸਾ ਹੈ ਉਹਦੇ ਬਾਰੇ ਗੁਰੂ ਸਾਹਿਬਾਨ ਦੇ ਨਾਮ ਹਨ, ਉਹਨਾਂ ਨੂੰ ਯਾਦ ਕਰਨ ਦਾ ਚਿੰਤਨ ਕਰਨ ਦਾ ਉਪਦੇਸ਼ ਦਿੱਤਾ ਗਿਆ। ਉਸ ਤੋਂ ਬਾਅਦ ਜੋ ਦੂਜਾ ਪਿਆਰਾ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ, ਦੀਕ ਚਲਾਈ ਤੀਗ ਵਾਈ, ਦੀਕ ਕੰਡਟ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਭ ਤੋਂ ਪਹਿਲਾ ਲਫ਼ਜ਼ ਜੋ ਪੰਜਾਂ ਪਿਆਰਿਆਂ ਦਾ ਆਉਂਦਾ ਹੈ, ਗੁਰੂ ਘਰ ਵਿੱਚ ਗੁਰਬਤ ਦੀ ਫਿਲਾਸਫੀ ਦੇ ਜਦ ਅਸੀਂ ਵੇਖਦੇ ਹਾਂ, ਜਿਹੜੀਆਂ ਰਚਨਾਵਾਂ ਸਾਨੂੰ ਪੁਰਾਤਨ ਮਿਲਦੀਆਂ ਹਨ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵੀ ਸਾਨੂੰ ਮਿਲਦੀਆਂ ਹਨ, ਇੱਕ ਗੱਲ ਬੜੀ ਸਪਸ਼ਟ ਜੀ ਨਜ਼ਰ ਆਉਂਦੀ ਹੈ ਕਿ ਗੁਰੂ ਘਰ ਵਿੱਚ ਸ਼ੁਰੂ ਤੋਂ ਪੰਜ ਪ੍ਰਣਾਲੀ ਦੀ ਪ੍ਰਧਾਨਤਾ ਚੱਲੀ ਆਈ ਹੈ। ਭਾਈ ਸਾਹਿਬ ਜੀ ਆਪਣੇ 29ਵੀਂ ਵਾਰ ਦੀ 6ਵੀਂ ਪੌੜੀ 'ਚ ਲਿਖਦੇ ਹਨ, ਪੰਜ ਮਿਲੇ ਪਰ ਪੰਚ ਤਜ ਅਨਹਤ ਸ਼ਬਦ, ਸ਼ਬਦ ਲਿਵ ਲਾਈ, ਸਾਧ ਸੰਗਤ ਸੋਹਣ ਗੁਰ ਭਾਈ। ਫਿਰ ਅੱਗੇ ਕਵਿਤ ਭਾਈ ਸਾਹਿਬ ਲਿਖਦੇ ਨੇ, ਸ਼ਬਦ ਸੁਰਤ ਲਿਵ ਗੁਰ ਸਿੱਖ, ਸੰਧ ਮਿਲੇ ਪੰਚ ਪਰ ਪੰਚ ਮਿਟੇ, ਪੰਚ ਪ੍ਰਧਾਨੇ ਹੈ। ਤੇ ਜੇ ਗੁਰਪ੍ਰਤਾਪ ਸੂਰਜ ਦੀ ਰਚਨਾ ਕਵੀ ਸੰਤੋਖ ਸਿੰਘ ਜੀ ਦੀ ਲੈਂਦੇ ਆ, ਉਹਦੇ 'ਚ ਇਹ ਗੱਲ ਲਿਖਦੇ ਹਨ, ਗੁਰ ਘਰ ਕੀ ਮਰਿਆਦਾ ਪੰਚੋਂ। ਗੁਰੂ ਘਰ ਕੀ ਮਰਿਆਦਾ ਜਿਹੜੀ ਪੰਚਾਂ ਦੀ ਉਹਦੇ 'ਚ ਉਹਦੀ ਸ਼ਾਦੀ ਜਿਹੜੇ ਹਨ ਉਹ ਭਰਦੇ ਹਨ। ਗੁਰੂ ਨਾਨਕ ਪਾਤਸ਼ਾਹ ਜੇ ਸਮੇਂ ਤੋਂ ਹੀ ਜੇ ਅਸੀਂ ਸਿੱਖ ਇਤਿਹਾਸ ਨੂੰ ਜਾਂ ਦੇਖਦੇ ਹਾਂ ਜਾਂ ਵਿਚਾਰ ਅਧੀਨ ਕਰਦੇ ਹਾਂ, ਇਹ ਸ਼ੁਰੂ ਤੋਂ ਹੀ ਇੱਕ ਪਰੰਪਰਾ ਮਰਿਆਦਾ ਚੱਲੀ ਆਉਂਦੀ ਹੈ ਪੰਜ ਪਿਆਰਿਆਂ ਦੀ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਮਾਰਕਟਣ ਦੇ ਭਾਗ 2 ਦੇ ਵਿੱਚ ਪੰਨਾ ਨੰਬਰ 692 ਦੇ ਉੱਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੋਇਆ ਹੈ, ਉਹਦੇ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਤੋਂ ਹੀ ਪੰਜ ਪਿਆਰੇ ਚੁਣਿਆਂ ਦੀ ਮਰਿਆਦਾ ਤੁਰੀ ਆਉਂਦੀ ਹੈ। ਪਰ ਜੋ ਦੁਖਾਂਤ ਸਾਡਾ ਹੈ ਵੀ ਸਿੱਖ ਇਤਿਹਾਸ ਨੇ ਜਿਵੇਂ ਆਪਣੇ ਸਥਾਨ ਨਹੀਂ ਸਾਂਭੇ, ਉਸੇ ਤਰ੍ਹਾਂ ਆਪਣੇ ਉਹਨਾਂ ਪਿਆਰਿਆਂ ਦੇ ਨਾਮ ਵੀ ਸਾਂਭ ਕੇ ਨਹੀਂ ਰੱਖੇ। ਇਹ ਵੱਖਰੇ ਵੱਖਰੇ ਨਾਮ ਸਾਨੂੰ ਇਤਿਹਾਸ ਵਿੱਚ ਮਿਲਦੇ ਹਨ, ਥੋੜੇ ਜਿਹੇ ਨਾਮ ਮਿਲਦੇ ਨੇ, ਪਰ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੀ ਜਦੋਂ ਹਿਸਟਰੀ ਨੂੰ ਅਸੀਂ ਦੇਖਦੇ ਹਾਂ, ਇਤਿਹਾਸ ਨੂੰ ਦੇਖਦੇ ਹਾਂ,
ਉਹਦੇ ਵਿੱਚ ਜੋ ਇਤਿਹਾਸ ਨੇ ਪੰਜਾਂ ਸਿੰਘਾਂ ਦੇ ਨਾਮ ਦਿੱਤੇ ਹਨ, ਉਹਦੇ ਵਿੱਚ ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪੁਰਾਣਾ ਤੇ ਭਾਈ ਪੈੜਾ, ਇਹ ਪੰਜ ਨਾਮ ਜਿਹੜੇ ਹਨ ਇਤਿਹਾਸ ਵਿੱਚ ਮਿਲਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਦੇ ਉੱਤੇ ਵੀ ਜਿਹੜੇ ਪੰਜ ਪਿਆਰਿਆਂ ਦੇ ਨਾਮ ਆਉਂਦੇ ਨੇ, ਉਹਨਾਂ ਵਿੱਚ ਭਾਈ ਮਤੀ ਦਾਸ ਜੀ, ਭਾਈ ਗੁਰਦਿੱਤਾ ਜੀ, ਭਾਈ ਦਿਆਲਾ ਜੀ, ਭਾਈ ਉਦਾ ਜੀ ਤੇ ਭਾਈ ਜੇਤਾ ਜੀ, ਇਹ ਨਾਮ ਜਿਹੜੇ ਹਨ ਇਹ ਆਉਂਦੇ ਹਨ। ਪਰ ਅਰਦਾਸ ਵਿੱਚ ਜਿਨ੍ਹਾਂ ਪੰਜਾਂ ਪਿਆਰਿਆਂ ਨੂੰ ਉਚੇਚਾ ਯਾਦ ਕੀਤਾ ਜਾਂਦਾ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦੇ ਉਹ ਪਿਆਰੇ ਹਨ। ਇਹਨਾਂ ਦੀ ਮਹੱਤਤਾ ਪੰਥ ਨੇ ਕਿਉਂ ਵੱਡੀ ਜਾਣੀ, ਇਸ ਵਾਸਤੇ ਕਿ ਇਹਨਾਂ ਨੇ ਅਸਲ ਵਿੱਚ ਹੁਕਮ ਮੰਨਣ ਦਾ ਜਾਂ ਆਪਣੇ ਆਪ ਨੂੰ ਸਮਰਪਣ ਕਰਨ ਦਾ ਗੁਰੂ ਅੱਗੇ ਇੱਕ ਨਮੂਨਾ ਪੇਸ਼ ਕੀਤਾ। ਜਦੋਂ 30 ਮਾਰਚ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਅਸਥਾਨ ਤੇ, ਜਿੱਥੇ ਅਸਥਾਨ ਕੇਸਗੜ੍ਹ ਸਾਹਿਬ ਕਿਲਾ ਹੈ, ਜਿੱਥੇ ਕੇਸਗੜ੍ਹ ਸਾਹਿਬ ਤਖਤ ਸੁਸ਼ੋਭਿਤ ਹੈ, ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੇ ਨਾਲ ਇੱਕ ਵੱਡਾ ਇਕੱਠ ਹੋਇਆ। ਦੂਰੋਂ ਨੇੜਿਓਂ ਸੰਗਤਾਂ ਜਿਹੜੀਆਂ ਹਾਜ਼ਰ ਹੋਈਆਂ। ਇਤਿਹਾਸਕਾਰਾਂ ਨੇ ਜੋ ਗਿਣਤੀ ਲਿਖੀ ਹੈ, ਲਗਭਗ 80,000 ਦੀ ਗਿਣਤੀ ਲਿਖੀ ਹੈ ਇਤਿਹਾਸਕਾਰਾਂ ਨੇ, ਉਸ ਸਮੇਂ ਦੇ ਇਤਿਹਾਸਕਾਰਾਂ ਦੇ ਜੋ ਪ੍ਰਾਤਨ ਲਿਖਤਾਂ ਮਿਲਦੀਆਂ ਹਨ। ਹਾਂਜੀ, ਅਜੀਤ ਸਿੰਘ ਜੀ ਅਰਦਾਸ ਵਿੱਚ ਜਿਹੜਾ ਪੰਜਾਂ ਦਾ ਜ਼ਿਕਰ ਮਿਲਦਾ ਹੈ, ਉਹ ਕਲਗੀਧਰ ਪਾਤਸ਼ਾਹ ਜੀ ਦੇ ਸਾਜੇ ਹੋਏ ਉਹ ਪੰਜ ਪਿਆਰੇ ਹਨ, ਜਿਨ੍ਹਾਂ ਨੇ 30 ਮਾਰਚ 1699 ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਵਾਜ਼ ਦੇ ਉੱਤੇ ਆਪਣੇ ਸੀਸ ਭੇਟ ਕੀਤੇ ਸਨ। ਦਰਅਸਲ ਜੇ ਅਸੀਂ ਸਿੱਖੀ ਦੀ ਮਰਿਆਦਾ ਨੂੰ ਦੇਖਦੇ ਹਾਂ ਤਾਂ ਇਹ ਮਰਿਆਦਾ ਹੀ ਹੁਕਮ ਰਜ਼ਾਈ ਚੱਲਣਾ ਦਾ ਸਿੱਖੀ ਦਾ ਮੁੱਖ ਸਿਧਾਂਤ ਰਿਹਾ ਹੈ। ਸਿੱਖੀ ਹੁਕਮ ਦਾ ਮਾਰਗ ਹੈ। ਜਪਜੀ ਸਾਹਿਬ, ਜਿਹਨੂੰ ਅਸੀਂ ਜਪ ਕਹਿੰਦੇ ਹਾਂ, ਜਿਹਦਾ ਬਾਣੀ ਦਾ ਨਾਮ ਜਪ ਹੈ, ਸਤਿਕਾਰ ਨਾਲ ਜਪਜੀ ਸਾਹਿਬ ਆਖਦੇ ਹਾਂ, ਇਹਦਾ ਜਿਹੜਾ ਮੁੱਖ ਭਾਵ ਜਾਂ ਮੁੱਖ ਮਨੋਰਥ, ਜਿਹੜਾ ਮੂਲ ਮੰਤਰ ਵੀ ਦੱਸਿਆ, ਉਹ ਹੈ ਗੁਰਪ੍ਰਸਾਦ। ਤੇ ਗੁਰਪ੍ਰਸਾਦ ਦਾ ਲੈਣ ਦੇ ਲਈ ਹੁਕਮੀ ਬੰਦਾ ਬਣਨਾ ਪੈਂਦਾ ਹੈ, ਔਰ ਜਦੋਂ ਗੁਰਪ੍ਰਸਾਦ ਜਿਹਨੂੰ ਮਿਲਦਾ, ਉਹ ਨਦਰੀ ਨਦਰ ਹਾਲ ਤੇ ਜਾ ਕੇ ਪਹੁੰਚ ਜਾਂਦਾ ਹੈ। ਜਿਹੜਾ ਗੁਰਪ੍ਰਸਾਦ ਦੀ ਗੱਲ ਕੀਤੀ ਜਪਜੀ ਦੀ ਬਾਣੀ ਦੇ ਵਿੱਚ, ਵੀ ਗੁਰਪ੍ਰਸਾਦ ਵਾਲੇ ਦੀ ਅਵਸਥਾ ਕੀ ਹੈ, ਉਹ ਹੈ ਨਦਰੀ ਨਦਰ ਨਿਹਾਲ ਦਾ। ਜਪਜੀ ਦੇ ਆਖਰ ਵਿੱਚ ਜਾ ਕੇ ਉਸ ਅਵਸਥਾ ਦਾ ਬਿਆਨ ਵੀ ਗੁਰੂ ਪਾਤਸ਼ਾਹ ਜੀ ਨੇ ਕੀਤਾ। ਜੋ ਅਸੀਂ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਇਹ ਸਾਰੇ ਅਸਲ ਵਿੱਚ ਰਜ਼ਾ ਪਛਾਣਨ ਦੇ ਸਾਧਨ ਹਨ, ਹੁਕਮ ਵਿੱਚ ਚੱਲਣ ਦੇ ਕੋਈ ਸਾਧਨ ਹਨ। ਉਸ ਵਾਹਿਗੁਰੂ ਦੇ ਹੁਕਮ ਵਿੱਚ ਰਹਿਣ ਕਰਕੇ, ਹੁਕਮ ਪਛਾਣਨ ਕਰਕੇ ਹੀ ਸਿੱਖ ਵਾਹਿਗੁਰੂ ਦੀ ਨਜ਼ਰ ਦਾ ਪਾਤਰ ਬਣ ਸਕਦਾ ਹੈ। ਬਸ ਰਜ਼ਾ ਤੇ ਹੁਕਮ ਵਿੱਚ ਤੁਰਨਾ ਇੱਕ ਵਿਧੀ ਹੈ। ਇਸ ਵਿਧੀ ਦੇ ਉੱਤੇ ਤੁਰ ਤੋਂ ਹੀ ਜੋ ਸੰਸਾਰ ਜਦੋਂ ਦਾ ਬਣਿਆ, ਉਹ ਚੱਲਿਆ ਆਉਂਦਾ, ਤੁਰਿਆ ਚੱਲਿਆ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਹੁਕਮ ਦੇ ਉੱਤੇ ਚੱਲਣ ਵਾਲਿਆਂ ਨੂੰ ਪਿਆਰੇ ਆਖਿਆ। ਕਿ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੋ ਗੱਲ ਕੀਤੀ। ਜਦੋਂ ਸਿੱਧਾ ਨੇ ਸਵਾਲ ਕੀਤਾ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਇਹ ਜੀਵ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ, ਕਿੱਥੇ ਟਿਕਿਆ ਰਹਿੰਦਾ ਹੈ, ਜੀਵਨ ਕਿਵੇਂ ਬਤੀਤ ਕਰਦਾ ਹੈ, ਸਿੱਧਾ ਦਾ ਸਵਾਲ ਸੀ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ। ਤਾਂ ਗੁਰੂ ਜੀ ਦਾ ਉੱਤਰ ਇਹ ਸੀ ਵੀ ਜੀਵ ਹੁਕਮ ਵਿੱਚ ਆਉਂਦਾ ਹੈ, ਹੁਕਮ ਵਿੱਚ ਹੀ ਇੱਥੋਂ ਜਾਂਦਾ ਹੈ, ਹੁਕਮ ਵਿੱਚ ਹੀ ਜੀਵਨ ਬਤੀਤ ਕਰਦਾ ਹੈ। ਜੋ ਵੀ ਜੀਵਨ ਹੁਕਮ ਦੇ ਉਲਟ ਚੱਲਦਾ ਹੈ, ਜੀਵਨ ਆਪਣੇ ਜੀਵਨ ਯਾਤਰਾ ਦੇ ਵਿੱਚ, ਉਹ ਫਿਰ ਠੇਡੇ ਹੀ ਖਾਂਦਾ ਰਹਿੰਦਾ ਹੈ। ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਇਹ ਚੀਜ਼ਾਂ ਅੰਕਿਤ ਕੀਤੀਆਂ। ਗੁਰ ਬਚਨੀ ਅਵਗਤ ਸਮਾਈਐ, ਤਤ ਨਿਰੰਜਨ ਸਹਿਜ ਲਹੈ,
ਨਾਨਕ ਦੂਜੀ ਕਾਰ ਨਾ ਕਰਨੀ, ਸੇਵੈ ਸਿੱਖ ਸੋ ਖੋਜ ਲਹਿ। ਇੱਕ ਹੁਕਮ, ਜੇ ਮੈਂ ਇਹ ਗੱਲ ਕਰਾਂ ਵੀ ਇੱਕ ਅਚਰਜ ਜਿਹਾ ਖਿਆਲ ਹੈ, ਜਿਹਦੇ ਥੋੜਾ ਜਿਹਾ ਜ਼ਿਆਦਾ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ, ਉਹ ਤਾਂ ਹੋਰ ਵੀ ਹੈਰਾਨ ਹੁੰਦੇ ਨੇ। ਪਰ ਹੈਰਾਨਗੀ ਪੈਦਾ ਕਰਨ ਵਾਲੀ ਗੱਲ ਇਹ ਹੈ ਕਿ ਹੁਕਮ ਦੀ ਪ੍ਰਧਾਨਤਾ ਗੁਰਸਿੱਖੀ ਦੇ ਵਿੱਚ ਇੰਨੀ ਜ਼ਿਆਦਾ ਕਿਉਂ ਰੱਖੀ ਗਈ? ਹੁਕਮ ਦੀ ਪ੍ਰਧਾਨਤਾ ਸਿੱਖੀ ਵਿੱਚ ਇੰਨੀ ਕਿਉਂ ਕੀਤੀ ਗੱਲ ਕੀਤੀ ਗਈ? ਨਾਲ ਇਹ ਵੀ ਗੱਲ ਕੀਤੀ ਵੀ ਜਿਹੜਾ ਹੁਕਮ ਮੰਨਦਾ ਉਹ ਪ੍ਰਵਾਨ ਹੋ ਜਾਂਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇਸ ਦਾ ਮਤਲਬ ਹੁਕਮ ਕੋਈ ਖਾਸ ਚੀਜ਼ ਹੈ? ਬੜੀ ਸਪਸ਼ਟ ਗੱਲ ਹੈ ਕਿ ਜਿਹੜਾ ਵਿਅਕਤੀ ਹੁਕਮ ਨੂੰ ਪਛਾਣ ਲੈਂਦਾ ਹੈ, ਉਹ ਆਤਮਿਕ ਦਾ, ਉਹਦਾ ਜੀਵਨ ਦਾ ਆਤਮਿਕ ਆਨੰਦ ਕਦੇ ਵੀ ਟੁੱਟਦਾ ਨਹੀਂ ਹੈ। ਉਹ ਪਰਮਾਨੈਂਟ ਪੱਕਾ ਆਨੰਦ ਦੀ ਅਵਸਥਾ ਤੇ ਜਾ ਟਿਕਦਾ ਹੈ। ਕਿਉਂ? ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੇ ਮਿਲਣਾ। ਭਗਤ ਕਬੀਰ ਜੀ ਦਾ ਬੋਲ ਵੀ ਉਹ ਗੱਲ ਦਰਸਾਉਂਦਾ ਹੈ। ਤਾਂ ਹੁਕਮ ਇੱਕ ਕਮਾਲ ਦੀ ਚੀਜ਼ ਹੈ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਪਾਈ ਹੈ। ਗੁਰੂ ਸਾਹਿਬ ਜੀ ਇੱਕ ਗੱਲ ਇਹ ਸਮਝਾਉਂਦੇ ਨੇ ਕਿ ਸਿੱਖੀ ਕੋਈ ਦਿਖਾਵੇ ਦੀ ਚੀਜ਼ ਨਹੀਂ ਹੈ। ਸਿੱਖੀ ਆਪਣੇ ਆਪ ਨੂੰ ਭੇਟਾ ਕਰਨ ਦੀ ਚੀਜ਼ ਹੈ। ਗੁਰੂ ਤੇ ਸਿੱਖ ਦੇ ਪਿਆਰ ਦੀ ਨਿਸ਼ਾਨੀ ਹੈ ਸਿੱਖੀ। ਤੇ ਜਿਸ ਨਾਲ ਪਿਆਰ ਹੋਵੇ, ਮੁਹੱਬਤ ਹੋਵੇ, ਉਸ ਅੱਗੇ ਆਪਣਾ ਭੇਟ ਕਰਨਾ ਪੈਂਦਾ ਹੈ। ਉੱਥੇ ਆਪਣੀ ਮਰਜ਼ੀ ਨਹੀਂ ਚੱਲਦੀ, ਆਪਣੀ ਸੋਚ ਨੂੰ ਉਹਦੀ ਸੋਚ ਵਿੱਚ ਲੀਨ ਕਰਨਾ ਪੈਂਦਾ ਹੈ। ਸ਼੍ਰੀ ਰਾਗੀ ਵਾਰ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦਾ ਜਿਹੜਾ ਸ਼ਲੋਕ ਆਉਂਦਾ ਹੈ, ਜਿਸ ਪਿਆਰੇ ਸੋਨੇ ਇਸ ਆਗੇ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨਾ। ਇੱਥੇ ਆਪਣੀ ਮਰਜ਼ੀ ਨੂੰ ਛੱਡਣ ਦੀ ਗੱਲ ਕੀਤੀ ਗਈ ਹੈ। ਪ੍ਰੀਤ ਦੀ ਦੁਨੀਆ 'ਚ ਕਦੇ ਵੀ ਨਹੀਂ ਚੱਲਦਾ ਕਿ ਮਰਜ਼ੀ ਵੀ ਕਰੀ ਜਾਈਏ ਤੇ ਪ੍ਰੀਤ ਵੀ ਨਿਭਾਈ ਜਾਈਏ, ਸਲਾਮ ਵੀ ਕਰੀ ਜਾਈਏ ਤੇ ਜਵਾਬ ਵੀ ਦੇਈ ਜਾਈਏ, ਮੁਰਸ਼ਿਦ ਵੀ ਆਖੀ ਜਾਈਏ ਤੇ ਹੁਜਤਾਂ ਵੀ ਕਰੀ ਜਾਈਏ। ਇਹ ਕਦੇ ਨਹੀਂ ਚੱਲਦਾ। ਇਹ ਸਵੈ ਵਿਰੋਧੀ ਭਾਵਨਾਵਾਂ ਕਦੇ ਵੀ ਸਾਨੂੰ ਪ੍ਰੀਤਮ ਦੇ ਦੇਸ਼ ਨਹੀਂ ਪਹੁੰਚਣ ਦਿੰਦੀਆਂ, ਜਿਹੜੀਆਂ ਸਵੈ ਵਿਰੋਧੀ ਭਾਵਨਾਵਾਂ ਹਨ। ਇਹੋ ਜਿਹਾ ਮਨੁੱਖ ਤਾਂ ਆਪਣੇ ਮੂਲ ਤੋਂ ਹੀ ਟੁੱਟ ਜਾਂਦਾ, ਖੁੰਝ ਜਾਂਦਾ ਹੈ, ਜਿਹੜਾ ਸਵਾਲ ਤੇ ਜਵਾਬ ਦੋਨੇ ਹੀ ਕਰਦਾ ਰਹਿੰਦਾ। ਜਿਹੜੀ ਆਸਾ ਕੀ ਵਾਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਮੂਲ ਤੋਂ ਹੀ ਟੁੱਟ ਜਾਣਾ। ਮੂਲ ਤੋਂ ਟੁੱਟ ਜਾਣਾ, ਜਿਹੜਾ ਦਰਖਤ ਦਾ ਮੂਲ ਜੜ ਖਤਮ ਹੋ ਜਾਏ, ਉਹ ਦਰਖਤ ਸੁੱਕ ਜਾਂਦਾ ਹੈ। ਦਰਖਤ ਦੇ ਹਰੇ ਭਰੇ ਰਹਿਣ ਦੀ ਨਿਸ਼ਾਨੀ ਉਹਦੀ ਜੜ ਜ਼ਮੀਨ ਵਿੱਚ ਲੱਗੀ ਹੁੰਦੀ ਹੈ, ਪਰ ਜਿਹਨੂੰ ਜੜ ਤੋਂ ਪੁੱਟ ਦਈਏ, ਉਹ ਦਰਖਤ ਹਮੇਸ਼ਾ ਸੁੱਕ ਜਾਂਦਾ ਹੈ। ਹੁਕਮ ਨੂੰ ਛੱਡ ਦੇਣਾ ਅਸਲ ਵਿੱਚ ਆਪਣੇ ਜੀਵਨ ਦੇ ਚਸ਼ਮੇ ਨੂੰ ਸੁਕਾ ਲੈਣਾ ਹੈ। ਗੁਰੂ ਅੰਗਦ ਦੇਵ ਮਹਾਰਾਜ ਇਹੋ ਗੱਲ ਸਮਝਾਉਂਦੇ ਆਏ ਹਨ ਕਿ ਵਿਸ਼ਵਾਸ ਕਰਕੇ ਜਾਣੋ ਵੀ ਨੌਕਰ ਕਦੇ ਵੀ ਮਾਲਕ ਦੀ ਖੁਸ਼ੀ ਹਾਸਲ ਨਹੀਂ ਕਰ ਸਕਦਾ ਜੇ ਨੌਕਰੀ ਵੀ ਕਰੇ ਤੇ ਨਾਲ ਹੁਜਤਾਂ ਵੀ ਕਰੇ, ਆਕੜ ਦੀਆਂ ਗੱਲਾਂ ਵੀ ਕਰੇ। ਮਾਲਕ ਨੂੰ ਹੁਜਤਾਂ ਕਰ ਕਰਕੇ ਤੇ ਬਾਰ-ਬਾਰ ਇਹ ਗੱਲ ਕਰੇ ਵੀ, ਸਮਝਾਵੇ ਵੀ, ਪਰ ਮਾਲਕ ਕਦੀ ਵੀ ਉਹਦੀਆਂ ਹੁਜਤਾਂ ਤੇ ਪ੍ਰਸੰਨ ਨਹੀਂ ਹੁੰਦਾ। ਚਾਕਰ ਲੱਗੇ ਚਾਕਰੀ, ਨਾਲੇ ਗਾਰਬ ਵਾਦ, ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਵੇ ਸਾਧ। ਕਦੀ ਖਸਮ ਦਾ ਸਵਾਦ ਹੀ ਨਹੀਂ ਪਾਉਂਦਾ। ਖਸਮ ਨਾ ਪਾਏ ਸਾਧ, ਕਿੱਦਾਂ ਪਾ ਸਕਦਾ? ਪਾ ਹੀ ਨਹੀਂ ਸਕਦਾ। ਆਸ਼ਿਕ ਕਾਹਦਾ ਹੈ? ਜਿਹੜਾ ਲੇਖੇ ਗਿਣ ਗਿਣ ਕੇ ਪਿਆਰ ਕਰੇ, ਉਹ ਕਾਹਦਾ ਆਸ਼ਿਕ ਹੈ? ਉਹ ਆਸ਼ਿਕ ਹੀ ਨਹੀਂ ਹੈ। ਪਿਆਰ ਦੀ ਸਾਂਝ ਵਿੱਚ ਸ਼ਰਤਾਂ ਨਹੀਂ ਚੱਲਦੀਆਂ। ਜਿੱਥੇ ਪਿਆਰ ਹੈ ਉੱਥੇ ਸ਼ਰਤ ਨਹੀਂ ਚੱਲਦੀ। ਕਿਉਂ, ਕੀ, ਕਿੱਥੇ, ਕਿਵੇਂ, ਕਦ, ਇਹ ਚੀਜ਼ਾਂ ਪਿਆਰ ਦੀ ਚੀਜ਼ ਭਾਸ਼ਾ ਵਿੱਚ ਨਹੀਂ ਹਨ। ਇੱਥੇ ਤਾਂ ਗੁਰੂ ਪਾਤਸ਼ਾਹ ਸਪਸ਼ਟ ਗੱਲ ਕਹਿੰਦੇ, ਆਸ਼ਿਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ। ਜਿਹੜੇ ਲੇਖੇ ਕਰਕੇ ਆਸ਼ਕੀ ਕਰਦਾ ਹੈ, ਆਪਣੇ ਆਪ ਨੂੰ ਕੁਰਬਾਨ ਕਰਦਾ ਹੈ, ਉਹਦੀ ਕੋਈ ਵੈਲਿਊ ਨਹੀਂ ਹੈ। ਉਹ ਆਸ਼ਕੀ ਕਹਾਉਣ ਦਾ ਹੱਕਦਾਰ ਹੀ ਨਹੀਂ ਹੈ। ਸਿੱਖੀ ਦੀ ਆਸ਼ਕੀ ਦੂਜੀ ਆਸ਼ਕੀ ਤੋਂ ਬੜੀ ਫਰਕ ਹੈ। ਕਿੱਡੇ ਸਾਡੇ
ਸਵਾਲ ਜਿਹੜੇ ਨੇ ਕਿੰਨੇ ਢਿੱਲੇ ਜੇ ਅਸੀਂ ਕਈ ਵਾਰੀ ਕਰ ਦਿੰਦੇ ਆ ਵੀ ਜੇ ਗੁਰੂ ਸਾਹਿਬ ਸਵੇਰੇ ਉੱਠਣ ਦੀ ਗੱਲ ਨਾ ਕਰਦੇ, ਜੇ ਗੁਰੂ ਸਾਹਿਬ ਕੇਸ ਰੱਖਣ ਦੀ ਗੱਲ ਨਾ ਕਰਦੇ। ਪਰ ਮੈਂ ਬੇਨਤੀ ਇਹੀ ਕਰਦੇ ਆ ਕਿ ਇਹ ਤਾਂ ਹੁਕਮ ਮੰਨਣ ਦਾ ਸਿਖਰ ਹੈ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਉਹ ਪੰਜਾਂ ਦੇ ਜੀਵਨ ਨੂੰ ਜਿਨ੍ਹਾਂ ਦੇ ਵਿੱਚੋਂ ਵੇਖਿਆ। ਤਾਂ ਇਹ ਜਿਹੜਾ ਹੁਕਮ ਵਿੱਚ ਤੁਰਨ ਦਾ ਜੋ ਸਵਾਦ ਹੈ, ਜੋ ਆਨੰਦ ਹੈ, ਜੋ ਹੁਲਾਰਾ ਹੈ, ਉਹੀ ਜਾਣਦਾ ਜਿਸਨੇ ਆਪਣੀ ਜ਼ਿੰਦਗੀ ਨੂੰ ਅਰਪਣ ਕਰ ਦਿੱਤਾ, ਜਿਸਨੇ ਆਪਣੀ ਜ਼ਿੰਦਗੀ ਗੁਰੂ ਦੇ ਅੱਗੇ ਪੇਸ਼ ਕਰ ਦਿੱਤੀ ਹੈ। ਇਹ ਜਿਹੜਾ ਦਿਹਾੜਾ ਸੀ 30 ਮਾਰਚ 1699 ਜਦੋਂ ਵਿਸਾਖੀ ਸੀ, ਇਹ ਪਿਆਰਾ ਬਣਨ ਦਾ ਇੱਕ ਨੁਸਖਾ ਆਪਸ ਚ ਸੰਭਾਲ ਕੇ ਬੈਠਾ ਹੋਇਆ। ਇਹ ਜਿਹੜੇ ਪੰਜ ਪਿਆਰੇ ਅਸੀਂ ਯਾਦ ਕਰਦੇ ਹਾਂ, ਇੱਕ ਪਿਆਰਾ ਬਣਨ ਦਾ ਨੁਸਖਾ ਸਾਡੀ ਝੋਲੀ ਵਿੱਚ ਪਾਉਂਦੇ ਹਨ। ਉਹ ਕਿਹੜਾ ਫਾਰਮੂਲਾ ਪਿਆਰੇ ਬਣ ਸਕੀਏ? ਜਿਨ੍ਹਾਂ ਨੇ ਆਪਣਾ ਆਪ ਪੇਸ਼ ਕੀਤਾ, ਸੀਸ ਭੇਟ ਕੀਤਾ, ਉਹ ਪਿਆਰਾ ਬਣ ਸਕਦਾ। ਤੇ ਜਿਹੜੇ ਪੰਜ ਪਿਆਰਿਆਂ ਦੀ ਗੱਲ ਅਸੀਂ ਕਰਦੇ ਹਾਂ, ਇਹ ਸੀਸ ਭੇਟ ਕਰਨ ਵਾਲੇ ਹਨ। ਇਹ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਨਾ ਦਾ ਸਿਖਰ ਹੈ, ਜੋ ਭਾਈ ਗੁਰਦਾਸ ਜੀ ਲਿਖਦੇ ਹਨ ਵੀ ਇਹ ਮੁਰਦਾ ਗੱਲਾਂ ਨਾਲ ਨਹੀਂ ਬਣਿਆ ਜਾਂਦਾ, ਮੁਰਦਾ ਬਣਨਾ ਪੈਂਦਾ ਹੈ। ਮਰੀਦ ਗੱਲਾਂ ਨਾਲ ਨਹੀਂ ਬਣ ਸਕਦਾ, ਉਹਦੇ ਲਈ ਮੁਰਦੇ ਵਰਗਾ ਸੁਭਾਅ ਬਣਾਉਣਾ ਪੈਂਦਾ, ਜਿੱਥੇ ਆਪਣੀ ਕੋਈ ਸਿਆਣਪ ਨਾ ਚੱਲੇ, ਆਪਣੀ ਕੋਈ ਮਰਜ਼ੀ ਨਾ ਚੱਲੇ। ਪੰਜ ਪਿਆਰਿਆਂ ਦਾ ਨਾਮ ਇਸ ਕਰਕੇ ਲਿਆ ਜਾਂਦਾ ਹੈ, ਭਲਿਆ ਇਹ ਸਿੱਖਾ ਆਪਣੀ ਮੱਤ ਤਿਆਗ, ਆਪਣੀ ਸਿਆਣਪ ਛੱਡ, ਆਪਣੀ ਚਲਾਕੀ ਛੱਡ, ਉਹਨਾਂ ਵਾਂਗੂ ਗੁਰੂ ਅੱਗੇ ਅਰਪਣ ਆਪਣਾ ਆਪ ਕਰਦੇ। ਇਹ ਤਾਂ ਸੀਸ ਵੱਡੇ ਘਰ ਬੈਸਣ ਦੀ ਜਿਹਦਾ ਪ੍ਰਤੱਖ ਨਜ਼ਾਰਾ ਹੈ ਜਦੋਂ ਪੰਜ ਪਿਆਰਿਆਂ ਦੀ ਅਸੀਂ ਗੱਲ ਕਰਦੇ ਹਾਂ। ਇਹ ਜਿਹੜਾ ਪੰਜਾਂ ਪਿਆਰਿਆਂ ਦਾ ਜ਼ਿਕਰ ਅਰਦਾਸ ਵਿੱਚ ਆਉਂਦਾ ਹੈ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਨੂੰ, ਜਿਨ੍ਹਾਂ ਨੇ ਆਪਣਾ ਸੀਸ ਭੇਟ ਕੀਤਾ, ਅੰਮ੍ਰਿਤ ਦੀ ਦਾਤ ਜਿਹੜੀ ਸੀ ਉਹ ਬਖਸ਼ਿਸ਼ ਕੀਤੀ। ਤੋ ਇਤਿਹਾਸ ਦੇ ਵਿੱਚ ਜੇ ਪੰਜਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇਹ 3 ਵਾਰੀ ਜੀਵਨ ਕਾਲ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਨੂੰ ਮਾਣ ਬਖਸ਼ਿਆ ਹੈ। ਪਹਿਲੀ, ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਫਿਰ ਅੰਮ੍ਰਿਤ ਦਾ ਬਾਟਾ ਦੇ ਵਿੱਚੋਂ ਆਪ ਅੰਮ੍ਰਿਤ ਦੀ ਜਾਚਨਾ ਕੀਤੀ। ਦੂਸਰਾ, ਚਮਕੌਰ ਦੀ ਘੜੀ ਦੇ ਵਿੱਚ। ਤੀਸਰਾ, ਜਿਹੜੀ ਦਾਸਤਾਂ ਆਉਂਦੀ ਹੈ, ਦਾਦੂ ਦੀ ਸਮਾਧ ਵਾਲੀ ਆਉਂਦੀ ਹੈ। ਔਰ ਚੌਥੀ ਜਿਹੜੀ ਹੈ ਉਹ ਕਲਗੀਧਰ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਦੀ ਹੈ, ਜਦੋਂ ਉਹਨਾਂ ਨੇ ਸਦੀਵ ਕਾਲ ਲਈ ਆਪਣੀ ਜੁਗਤੀ ਇਸ ਪੰਜਾਂ ਅੰਦਰ, ਪੰਥ ਅੰਦਰ, ਖਾਲਸੇ ਅੰਦਰ ਰੱਖ ਦਿੱਤੀ। ਇੰਨੀ ਮਹਾਨਤਾ ਹੈ, ਇਹ ਭਾਵੇਂ ਆਨੰਦਪੁਰ ਹੋਵੇ ਤੇ ਭਾਵੇਂ ਚਮਕੌਰ ਹੋਵੇ, ਤੇ ਪਰ ਇਹ ਗੱਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਅਦੁੱਤੀ ਪਰੰਪਰਾ ਜਿਹੜੀ ਸੀ, ਇਹ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਨਾਲ ਨਿਸ਼ਚਿਤ ਕਰ ਦਿੱਤੀ। ਪੰਜ ਪਿਆਰੇ ਇੱਕ ਸੰਸਥਾ, ਇੱਕ ਵਿਸ਼ੇਸ਼ ਪਰਿਵਰਤਨ ਜੀਵਨ ਵਿੱਚ ਸਾਡੇ ਲਿਆਂਦਾ, ਇਸ ਸੰਸਥਾ ਨੇ ਲੈ ਕੇ ਆਂਦਾ। ਇਸ ਤੋਂ ਪਹਿਲਾਂ ਜਿਹੜੇ ਪਹਿਲਾਂ ਦੇ ਪਿਆਰੇ ਸਨ, ਉਹ ਸਤਿਗੁਰੂ ਜੀ ਦੇ ਸਲਾਹਕਾਰ ਹੁੰਦੇ ਸਨ। ਸਤਿਗੁਰੂ ਜੀ ਸੰਗਤ ਦੀ ਇੱਛਾ ਕਦੀ ਨਹੀਂ ਸੀ ਟਾਲਦੇ, ਪਰ ਪਿਆਰੇ, ਉਸ ਜਿਹੜੇ ਪਹਿਲੇ ਪਿਆਰੇ ਸਨ, ਇਹ ਪਾਤਸ਼ਾਹ ਜੀ ਦੇ ਸਲਾਹਕਾਰ ਦੇ ਹੋਣ ਦਾ ਕਰਤੱਵ ਜਿਹੜਾ ਸਨ ਉਹ ਪੂਰੀ ਤਰ੍ਹਾਂ ਪਾਲਦੇ ਸਨ। ਗੁਰੂ ਨੂੰ ਹੁਕਮ ਦੇਣ ਦੇ, ਜਾਂ ਇਹ ਕਹਿ ਲਈਏ ਐਜ਼ ਏ ਸਲਾਹਕਾਰ ਦਾ ਕੰਮ ਕਰਦੇ ਸਨ ਜਿਹੜੇ ਪਹਿਲੇ ਪੰਜ ਪਿਆਰੇ ਸਨ। ਲੇਕਿਨ ਗੁਰੂ ਨੂੰ ਹੁਕਮ ਦੇ ਕੇ ਕੋਈ ਗੱਲ ਕਰਾਉਣ ਦੀ ਜਿਹੜੀ ਸੀ, ਉਹ ਸਾਨੂੰ ਇਤਿਹਾਸ ਵਿੱਚ ਗੱਲ ਨਹੀਂ ਸੀ ਮਿਲਦੀ। ਪਰ ਇਹ ਕਲਗੀਧਰ ਪਾਤਸ਼ਾਹ ਦੇ ਜਿਹੜੇ ਪਿਆਰੇ, ਇਹ ਗੁਰੂ ਦੇ ਅੱਗੇ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਸਿਰ ਉਹਨਾਂ ਦੇ ਅੱਗੇ ਝੁਕਾਇਆ, ਤਾਂ ਇਹਨਾਂ ਪੰਜਾਂ ਪਿਆਰਿਆਂ ਨੂੰ ਯਾਦ ਜਿਹੜਾ ਹੈ ਇਤਿਹਾਸ ਦੇ ਵਿੱਚ ਕੀਤਾ ਜਾਂਦਾ ਹੈ। ਇਸ ਗੱਲ ਦੇ ਉੱਤੇ ਅਸੀਂ ਥੋੜਾ ਜਿਹਾ ਹੋਰ ਵਿਚਾਰ ਕਰ ਲਈਏ ਕਿ ਪੰਜ ਪਿਆਰੇ ਦੀ ਜਿਹੜੀ ਜੀਵਨ ਕਾਲ ਹੈ, ਜਿਹੜੇ ਅਰਦਾਸ ਵਿੱਚ ਸ਼ਬਦ ਵਰਤੇ ਗਏ ਹਨ, ਇਹ ਤਾਂ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨਕਾ, ਤੋ ਆ ਹਮਾਰੇ ਪਾਸ ਦਾ ਪ੍ਰਤੱਖ ਨਜ਼ਾਰਾ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਪੰਜਾਂ ਨੂੰ ਸਾਜਿਆ। ਥੋੜਾ ਜਿਹਾ ਇਹਨਾਂ ਦਾ ਵੇਰਵਾ ਵੀ ਅਸੀਂ ਜ਼ਰੂਰ ਕਰ ਲਈਏ, ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ। ਭਾਈ ਦਇਆ ਸਿੰਘ ਜੀ ਜੋ ਜਥੇਦਾਰ ਸਨ, ਬੜੇ ਸੋਹਣੇ ਬਚਨ ਬੋਲ ਕਿਸੇ ਕਵੀ ਨੇ ਲਿਖੇ। ਉਹਨੇ ਭਰੇ ਦੀਵਾਨ ਪੁਕਾਰਿਆ ਜਦ, ਪਹਿਲਾਂ ਦਇਆ ਆਈ ਫਿਰ ਧਰਮ ਆਇਆ, ਹਿੰਮਤ ਆਣ ਕੇ ਉਸਦੇ ਕਦਮ ਚੁੰਮ ਕੇ ਚੁੰਮੇ, ਮੋਕਮ ਲਾ ਸਾਰੇ ਸ਼ੰਕੇ ਭਰਮ ਆਇਆ, ਸਾਹਿਬ ਉਤਰਿਆ ਫਿਰ ਮੈਦਾਨ ਅੰਦਰ, ਉਹਦੀ ਮਿਹਰ ਆਈ ਉਹਦਾ ਕਰਮ ਆਇਆ।
ਇਹਨਾਂ ਦੇ ਨਾਮ ਇਸ ਤਰ੍ਹਾਂ ਕਵੀ ਨੇ ਲਿਖੇ, ਕਮਾਲ ਦੇ ਕਵੀ ਦੀਆਂ ਲਾਈਨਾਂ ਹਨ। ਤੋ ਭਾਈ ਦਇਆ ਸਿੰਘ ਜੀ, ਆਪ ਜੀ ਨੂੰ ਥੋੜਾ ਜਿਹਾ ਗਿਆਤ ਹੋਵੇ ਕਿ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਸਿੱਖ ਸੀ ਪਾਰੋ ਝੁਲਕਾ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ਪਰਮਹੰਸ ਦੀ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਸੀ। ਤੋ ਪਾਰੋ ਝੁਲਕਾ ਦੀ ਵੰਸ਼ ਦੇ ਵਿੱਚੋਂ ਭਾਈ ਸੁਦੇ ਦੇ ਘਰ ਮਾਈ ਦਿਆਲੀ ਦੀ ਕੁੱਖ ਦੇ ਵਿੱਚੋਂ ਇਹ ਜੋ ਡੇਟ ਸਾਨੂੰ ਮਿਲਦੀ ਹੈ, ਭਾਦੋਂ 12 ਭਾਦੋਂ, ਜੋ ਦੇਸੀ ਤਰੀਕਾ ਮਿਲਦੀਆਂ ਹਨ, ਵੀਰਵਾਰ ਦਾ ਦਿਹਾੜਾ ਸੰਮਤ 1718 ਸੰਮਤ, ਲਾਹੌਰ ਸ਼ਹਿਰ ਵਿੱਚ ਭਾਈ ਦਇਆ ਸਿੰਘ ਦਾ ਜਨਮ ਹੋਇਆ ਲਿਖਿਆ ਹੈ। ਸੰਮਤ ਦੀ ਗੱਲ ਕਰ ਰਿਹਾ, ਸੰਨ ਦੀ ਗੱਲ ਨਹੀਂ ਕਰ ਰਿਹਾ। 57 ਸਾਲ ਪਿੱਛੇ ਨੂੰ ਚਲੇ ਜਾਈਏ ਤਾਂ ਸਾਨੂੰ ਉਹ ਸੰਨ ਵੀ ਜਿਹੜਾ ਹੈ ਨਜ਼ਰ ਆ ਜਾਏਗਾ। ਭਾਵ 1761 ਦੀ ਤਕਰੀਬਨ ਇਹ ਸੰਨ ਜਿਹੜਾ ਹੈ ਉਹ ਬਣਦਾ ਹੈ। 1661 ਦਾ ਸੰਨ ਜਿਹੜਾ ਹੈ ਉਹ ਬਣਦਾ ਹੈ। 1718 ਸੰਮਤ ਤੇ 1661 ਦਾ ਸੰਨ ਜਿਹੜਾ ਹੈ ਬਣਦਾ ਹੈ। ਤਕਰੀਬਨ ਅਗਸਤ ਸਤੰਬਰ ਦਾ ਮਹੀਨਾ ਜੋ ਤਕਰੀਬਨ ਉਹ ਬਣੇਗਾ। ਭਾਈ ਦਇਆ ਰਾਮ ਸਨ ਤਾਂ ਅਸੀਂ ਪਰ ਦਇਆ ਸਿੰਘ ਜੀ ਨਾਲ ਹੀ ਯਾਦ ਕਰਾਂਗੇ। ਭਾਈ ਦਇਆ ਸਿੰਘ ਦੇ ਜਿਹੜੇ ਪਿਤਾ ਜੀ ਸਨ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਹਜ਼ੂਰੀ ਵਿੱਚ ਵਿਚਰਦੇ ਸਨ, ਸੇਵਾ ਕਰਦੇ ਸਨ। ਇਹ ਸਿੱਖੀ ਦੇ ਸੰਬੰਧ ਕਰਕੇ ਹੀ ਸੰਮਤ 1734 ਜਦੋਂ ਤਕਰੀਬਨ 16 ਸਾਲ ਦੇ ਭਾਈ ਦਇਆ ਸਿੰਘ ਜੀ ਸਨ, ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਏ ਤੇ ਸੇਵਾ ਵਿੱਚ ਆ ਕੇ ਫਿਰ ਤਤਪਰ ਰਹੇ। ਸੰਮਤ ਜਦੋਂ 1756 ਦੀ ਵਿਸਾਖੀ ਭਾਵ 1699 ਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਵਾਲਾ ਕੌਤਕ ਰਚਿਆ ਜਾਂ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ, ਸਿੱਖੀ ਦੀ ਪਰਖ ਹੋਈ, ਤਾਂ ਉਹਨਾਂ ਨੂੰ ਭਾਈ ਦਇਆ ਰਾਮ ਜੀ ਨੇ, ਭਾਈ ਦਇਆ ਸਿੰਘ ਜੀ ਨੇ ਸਭ ਤੋਂ ਪਹਿਲਾਂ ਉੱਠ ਕੇ ਆਪਣਾ ਸੀਸ ਕਲਗੀਧਰ ਪਾਤਸ਼ਾਹ ਜੀ ਨੂੰ ਅਰਪਣ ਕੀਤਾ। ਜਫਰਨਾਮੇ ਦੀ ਜੋ ਚਿੱਠੀ ਕਲਗੀਧਰ ਪਾਤਸ਼ਾਹ ਜੀ ਨੇ ਜੋ ਜਫਰਨਾਮਾ ਲਿਖਿਆ, ਉਹ ਵੀ ਭਾਈ ਦਇਆ ਸਿੰਘ ਦੇ ਹਾਥੀ ਔਰੰਗਜ਼ੇਬ ਨੂੰ ਜਿਹੜੀ ਦੱਖਣ ਵਾਲੇ ਪਾਸੇ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜੀ ਸੀ। ਤੋ ਭਾਈ ਦਇਆ ਸਿੰਘ ਜੀ ਇੱਕ ਧੜੱਲੇਦਾਰ ਨਿਡਰਤਾ ਵਾਲੇ ਸਿੱਖ ਸਨ, ਜਿਨ੍ਹਾਂ ਨੇ ਇੱਕ ਅਜਿਹੇ ਬੋਲ ਬੋਲੇ ਕਿ ਔਰੰਗਜ਼ੇਬ ਜਿਹੜਾ ਸੀ ਉਹਨਾਂ ਸੁਣ ਕੇ ਬੜਾ ਹੈਰਾਨ ਪਰੇਸ਼ਾਨ ਜਿਹਾ ਹੋ ਗਿਆ। ਭਾਈ ਸਾਹਿਬ ਨੇ ਔਰੰਗਜ਼ੇਬ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ ਜਿਹੜੇ ਉਹਨਾਂ ਨੂੰ ਜਾ ਕੇ ਬੋਲ ਕਹੇ ਸਨ। ਜਦੋਂ ਸਤਿਗੁਰੂ ਜੀ ਨੰਦੇੜ ਦੇ ਗੋਦਾਵਰੀ ਦਰਿਆ ਦੇ ਕਿਨਾਰੇ ਤੇ ਨਿਵਾਸ ਸਥਾਨ ਕੀਤਾ ਤਾਂ ਗੁਰੂ ਆਪ ਵੀ ਗੁਰੂ ਜੀ ਦੇ ਪਾਸ ਉੱਥੇ ਹੀ ਰਹੇ। ਮਾਤਾ ਫਿਰ ਉਸ ਤੋਂ ਬਾਅਦ ਜੇ ਅਸੀਂ ਇਹਨਾਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਜਦੋਂ ਸਰਸਾ ਦੇ ਉੱਤੇ ਵਿਛੋੜਾ ਹੁੰਦਾ ਹੈ ਤਾਂ ਭਾਈ ਦਇਆ ਸਿੰਘ ਜੀ ਤੇ ਨਾਲ ਗੁਰੂ ਕੇ ਮਹਿਲ ਜਿਹੜੇ ਹਨ ਇਹ ਦਿੱਲੀ ਵਾਲੇ ਪਾਸੇ ਨੂੰ ਚਲੇ ਜਾਂਦੇ ਹਨ, ਜਿਹੜੇ ਆਪ ਕਾਫੀ ਚਿਰ ਦਿੱਲੀ ਟਿਕੇ ਰਹੇ। ਫਿਰ ਬਾਅਦ ਵਿੱਚ ਭਾਈ ਮਾਤਾ ਸੁੰਦਰੀ ਜੀ ਨੇ ਆਪ ਜੀ ਦੇ ਪਰਿਵਾਰ ਭਾਈ ਮਨੀ ਸਿੰਘ ਜੀ ਨਾਲ ਅੰਮ੍ਰਿਤਸਰ ਜਿਹੜਾ ਸੀ ਪੰਜਾਬ ਵੱਲ ਨੂੰ ਭੇਜ ਦਿੱਤਾ। ਤਾਂ ਇਹਨਾਂ ਦਾ ਕੁਝ ਇਤਿਹਾਸ ਜਿਹੜਾ ਮਿਲਦਾ ਹੈ ਵੀ ਭਾਈ ਦਇਆ ਸਿੰਘ ਜੀ ਤਕਰੀਬਨ ਜਿੱਥੇ ਸਰੀਰਕ ਚੋਲਾ ਜਿਹੜਾ ਛੱਡਿਆ 1765 ਸੰਮਤ ਦੇ ਵਿੱਚ, 1765 ਦਾ ਮਤਲਬ ਲਗਭਗ 1757 ਸਾਲ ਅਸੀਂ ਘੱਟਦੇ ਹਾਂ, 1708 ਦੇ ਕਰੀਬ ਜਾਂ ਦੇ ਕਰੀਬ ਹੀ ਇਹਨਾਂ ਨੇ ਆਪਣਾ ਸਰੀਰ ਚੋਲਾ ਜਿਹੜਾ ਹੈ, ਜੋ ਇੱਥੇ ਇਤਿਹਾਸ ਵਿੱਚ ਮਿਲਦਾ ਹੈ, ਇਹਨਾਂ ਨੇ ਆਪਣਾ ਸਰੀਰਕ ਚੋਲਾ ਜਿਹੜਾ ਸੀ ਉਹ ਛੱਡਿਆ। ਕੋਈ ਛੋਟਾ ਜਿਹਾ ਇਤਿਹਾਸ ਮਿਲਦਾ, ਕੋਈ ਜ਼ਿਆਦਾ ਇਤਿਹਾਸ ਸਾਨੂੰ ਮਿਲਦਾ ਨਹੀਂ ਹੈ, ਪਰ ਜਿੰਨਾ ਕਿ ਇਤਿਹਾਸ ਮਿਲਦਾ ਹੈ ਉਹਦੀ ਹੀ ਮੈਂ ਆਪ ਜੀ ਦੇ ਨਾਲ ਜ਼ਿਕਰ ਜਿਹੜਾ ਹੈ ਉਹ ਕਰ ਰਿਹਾ ਹਾਂ। ਭਾਈ ਧਰਮ ਸਿੰਘ ਜੀ ਦਾ ਜਿਹੜਾ ਇਤਿਹਾਸ ਹੈ ਇਹ ਪ੍ਰਾਤਨ ਲਿਖਤਾਂ ਦੇ ਵਿੱਚ ਲਿਖਿਆ ਜਾਂਦਾ ਹੈ। ਇਹਨਾਂ ਦਾ ਜਨਮ ਹਸਨਾਪੁਰ ਦਾ ਹੈ, ਪਰ ਇਹਨਾਂ ਦੇ ਜਨਮ ਬਾਰੇ ਕੁਝ ਲੋਕਾਂ ਨੇ ਮਤਭੇਦ ਪਾਏ ਹਨ, ਲੇਕਿਨ ਬਹੁਤ ਸਾਰੇ ਜਿਹੜੇ ਇਤਿਹਾਸਕਾਰ ਹਨ ਉਹਨਾਂ ਨੇ ਹਸਤਨਾਪੁਰ ਦਾ ਜਨਮ ਹੀ ਲਿਖਿਆ ਹੈ। ਤੇ ਆਪ ਜ਼ਿਮੀਂਦਾਰ ਸ਼੍ਰੇਣੀ ਦੇ ਨਾਲ ਸਨ। ਇਹਨਾਂ ਦੇ ਵੰਸ਼ ਵਿੱਚੋਂ ਹੀ ਸਰਦਾਰ ਜੋਧ ਸਿੰਘ ਜੀ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਸਾਲਦਾਰ ਵੀ ਰਹੇ ਹਨ। ਆਪ ਜੀ ਦਾ ਜਨਮ ਸੰਮਤ 1724, ਕਿਉਂਕਿ ਸਾਰੇ ਸਾਨੂੰ ਸੰਮਤ ਹੀ ਮਿਲਦੇ ਆ, ਜਿਹੜੇ ਮੈਂ ਸੰਨ ਦੇ ਵਿੱਚ ਅਜੇ ਕਨਵਰਟ ਨਹੀਂ ਕੀਤੇ, ਪਰ ਸੰਮਤ 1724 ਨੂੰ ਪਿਤਾ ਸੰਤ ਰਾਮ ਤੇ ਮਾਤਾ ਜੱਸੀ ਦੀ ਕੁੱਖ ਦੇ ਵਿੱਚੋਂ ਹੋਇਆ ਹੈ। ਆਪ ਜੀ ਕਲਗੀਧਰ ਪਾਤਸ਼ਾਹ ਦੇ ਹਜ਼ੂਰ ਸੰਮਤ 1735 ਤਕਰੀਬਨ 1668 ਦੇ ਕਰੀਬ ਗੱਲ ਕਰ ਲਈਏ ਜਾਂ 1670-69 ਦੇ ਗੱਲ ਕਰ ਲਈਏ,
ਵੀ ਇਹ ਇਹਨਾਂ ਦਾ ਸੰਬੰਧ ਗੁਰੂ ਘਰ ਦੇ ਨਾਲ ਜਿਹੜਾ ਹੈ ਉਹ ਜੁੜਦਾ ਹੈ। ਇਹ ਜਦੋਂ ਹੋਲੇ ਮਹੱਲੇ ਦੇ ਉੱਤੇ ਫਿਰ ਅਨੰਦਪੁਰ ਸਾਹਿਬ ਵਿਖੇ ਆਏ, ਫਿਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਤੇ ਉੱਥੇ ਹੀ ਰਹਿ ਗਏ। ਜਦੋਂ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਦੀ ਸਿਰਜਣਾ ਕੀਤੀ ਤਾਂ ਭਾਈ ਧਰਮ ਸਿੰਘ ਜੀ ਨੇ ਵੀ ਆਪਣਾ ਸੀਸ ਜਿਹੜਾ ਸੀ ਉਹ ਭੇਟ ਕੀਤਾ। ਭਾਈ ਧਰਮ ਸਿੰਘ ਜੀ ਦਾ ਜਿਹੜਾ ਕਾਲ ਚਲਾਣਾ ਚਮਕੌਰ ਸਾਹਿਬ ਦੀ ਜਿੱਥੇ ਮੈਦਾਨ ਸੀ ਜਾਂ ਗੜੀ ਸੀ, ਵੱਡੇ ਸਾਹਿਬਜ਼ਾਦਿਆਂ ਦੇ ਨਾਲ ਹੀ ਇਹ 1704 ਦੇ ਵਿੱਚ ਜੋ ਦਸੰਬਰ ਦਾ ਮਹੀਨਾ ਸੀ, ਜਾਂ ਇਹ ਕਹਿ ਲਈਏ 8 ਪੋਹ ਸੰਮਤ 1761 ਦੇ ਵਿੱਚ ਉੱਥੇ ਹੀ ਸ਼ਹੀਦੀ ਜਿਹੜੀ ਹੈ ਇਹਨਾਂ ਨੇ ਪ੍ਰਾਪਤ ਕੀਤੀ ਹੈ। ਤੀਜੇ ਹਨ ਭਾਈ ਸਾਹਿਬ ਸਿੰਘ ਜੀ। ਇਹਨਾਂ ਦੇ ਨਾਮ ਕਿਉਂ ਆਏ, ਕਿੰਨੀਆਂ ਕੁਰਬਾਨੀਆਂ ਹਨ ਇਹਨਾਂ ਦੀਆਂ। ਇਹਨਾਂ ਦੇ ਇਤਿਹਾਸ ਨੂੰ ਜਦੋਂ ਪੜ੍ਹਦੇ ਹਾਂ, ਕਿਉਂਕਿ ਬਹੁਤਾ ਇਤਿਹਾਸ ਮਿਲਦਾ ਵੀ ਨਹੀਂ ਹੈ, ਪਰ ਜੋ ਪੰਥ ਨੇ ਜੋ ਯਾਦ ਕੀਤਾ ਜਾਂ ਮਰਿਆਦਾ ਬਣਾਈ ਉਹਦੇ ਵਿੱਚ ਇਸ ਇਤਿਹਾਸ ਦੀ ਗੱਲ ਕੀਤੀ। ਭਾਈ ਸਾਹਿਬ ਸਿੰਘ ਦਾ ਜਨਮ ਨੰਗਲ ਸ਼ਹੀਦਾਂ ਦਾ, ਜੋ ਪੰਜਾਬ ਦੀ ਧਰਤੀ ਦੇ ਉੱਤੇ ਹੁਸ਼ਿਆਰਪੁਰ ਤੋਂ 4 ਮੀਲ ਦੇ ਉੱਤੇ ਇਹ ਇੱਕ ਪਿੰਡ ਹੈ, ਉੱਥੇ ਨੰਗਲ ਸ਼ਹੀਦਾਂ, ਉੱਥੇ ਭਾਈ ਚਮਨ ਰਾਮ ਤੇ ਮਾਤਾ ਬਿਸ਼ਨ ਦੇਈ ਦੇ ਕੁੱਖ ਦੇ ਵਿੱਚੋਂ ਸੰਮਤ 1722 ਨੂੰ ਹੋਇਆ ਲਿਖਿਆ ਹੈ। ਆਪ ਸੰਮਤ 1738 ਨੂੰ ਇਹ ਤਕਰੀਬਨ ਉੱਥੇ ਅਨੰਦਪੁਰ ਸਾਹਿਬ ਜੀ ਆਏ, ਤੇ ਫਿਰ ਜਦੋਂ 1699 ਨੂੰ ਜਾਂ ਸੰਮਤ 1756 ਨੂੰ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਤਾਂ ਉਦੋਂ ਆਪ ਜੀ ਨੂੰ ਪਿਆਰਾ ਪਦ ਦੇ ਨਾਲ ਨਵਾਜਿਆ ਗਿਆ। ਤਾਂ ਆਪ ਜੀ ਵੀ ਚਮਕੌਰ ਸਾਹਿਬ ਦੇ ਯੁੱਧ ਵਿੱਚ ਹੀ ਸ਼ਹੀਦੀ ਪਾਈ। ਇੱਥੇ ਇਹਨਾਂ ਦੇ ਵੰਸ਼ ਵਿੱਚੋਂ ਮੈਂ ਤਾਂ ਗੱਲ ਕਰ ਰਿਹਾ ਕਿ ਨੰਗਲ ਸ਼ਹੀਦਾਂ ਜੋ ਜਿਹੜਾ ਹੁਸ਼ਿਆਰਪੁਰ ਦੇ ਕੋਲ ਪਿੰਡ ਹੈ, ਉੱਥੇ ਇਹਨਾਂ ਦੀ ਵੰਸ਼ ਦੇ ਵਿੱਚੋਂ ਅਜੇ ਵੀ ਜਿਹੜੇ ਵਸਦੇ ਨੇ ਲੋਕ ਉੱਥੇ ਮਿਲ ਜਾਂਦੇ ਨੇ, ਜਿੱਥੇ ਉਹਨਾਂ ਨੇ ਇਹਨਾਂ ਦੀ ਯਾਦਗਾਰ ਵੀ ਬਣਾਈ ਹੋਈ ਹੈ। ਭਾਈ ਹਿੰਮਤ ਸਿੰਘ ਜੀ ਦੀ ਗੱਲ ਕਰੀਏ, ਇਹ ਜਗਨਨਾਥਪੁਰੀ ਉੜੀਸਾ ਦੇ ਵਿੱਚ ਇਹਨਾਂ ਦਾ ਜਨਮ ਦੱਸਿਆ ਜਾਂਦਾ ਹੈ। ਇਹ ਸੰਮਤ ਇਹਨਾਂ ਦਾ ਜਿਹੜੇ ਜਨਮ ਦੀ ਸਨ ਮਿਲਦਾ ਸੰਮਤ 1718 ਮਿਲਦਾ ਹੈ, ਤੇ ਜਦੋਂ ਇਹ 1735 ਸੰਮਤ ਵਿੱਚ ਪਹਿਲੀ ਵਾਰੀ ਦਰਸ਼ਨ ਕਰਨ ਲਈ ਆਏ ਅਨੰਦਪੁਰ ਸਾਹਿਬ ਵਿਖੇ, ਫਿਰ ਇੱਥੇ ਹੀ ਟਿਕ ਗਏ। ਲੰਗਰ ਦੀ ਸੇਵਾ ਵਿੱਚ ਆਪਣਾ ਜੀਵਨ ਲਾਉਂਦੇ ਸਨ। ਤੇ ਇਹ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿਰਜਣਾ ਕੀਤੀ, ਕਲਗੀਧਰ ਪਾਤਸ਼ਾਹ ਦੀ ਪ੍ਰੀਖਿਆ ਚੋਂ ਪਾਸ ਹੋਏ, ਤੇ ਇਹਨਾਂ ਨੇ ਵੀ ਆਪਣਾ ਅੰਮ੍ਰਿਤ ਪਾਨ ਕੀਤਾ, ਔਰ ਭਾਈ ਹਿੰਮਤ ਸਿੰਘ ਜੀ ਜਿਹੜੇ ਸਨ ਇਹ ਪਿਆਰੇ ਦੀ ਪਦਵੀ ਨਾਲ ਨਵਾਜੇ ਗਏ। ਤੇ ਭਾਈ ਮੋਹਕਮ ਸਿੰਘ ਜੀ, ਇਹਨਾਂ ਦਾ ਜਨਮ ਬੁੜੀਏ ਸ਼ਹਿਰ ਦਾ ਹੈ। ਆਪਦੇ ਪਿਤਾ ਭਾਈ ਤੀਰਥ ਰਾਮ, ਮਾਤਾ ਸੁਖ ਦੇਵੀ ਜੀ ਸਨ। ਇਹਨਾਂ ਦਾ ਜਨਮ ਸੰਮਤ 1733 ਨੂੰ ਤਕਰੀਬਨ ਜੇਠ ਮਹੀਨੇ ਦੀ 22 ਤਰੀਕ ਲਿਖੀ ਹੈ, ਜੋ ਇਤਿਹਾਸਕਾਰਾਂ ਨੇ ਲਿਖੀ ਹੈ। ਉਹ ਲਿਖੀ ਹੈ ਕਿ ਆਪ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਨ ਵਿੱਚ ਜੋ 1742 ਸੰਮਤ ਨੂੰ ਆਏ, ਤਕਰੀਬਨ 1685-86 ਦੇ ਕਰੀਬ, ਤੇ ਅਨੰਦਪੁਰ ਸਾਹਿਬ ਜਦੋਂ ਸਤਿਗੁਰੂ ਜੀ ਪੌਂਟਾ ਸਾਹਿਬ ਤੋਂ ਵਾਪਸੀ ਆਏ, ਉਦੋਂ ਦੇ ਕਰੀਬ ਇਹਨਾਂ ਦਾ ਜ਼ਿਕਰ ਆਉਂਦਾ ਵੀ ਇੱਥੇ ਹੀ ਟਿਕੇ ਰਹੇ, ਤੇ ਸਤਿਗੁਰੂ ਅੱਗੇ ਸੀਸ ਭੇਟ ਕਰਕੇ ਇਹਨਾਂ ਨੇ ਵੀ ਆਪਣੀ ਪਿਆਰੇ ਦੀ ਪਦਵੀ ਜਿਹੜੀ ਸੀ ਉਹ ਪ੍ਰਾਪਤ ਕੀਤੀ। ਇਹਨਾਂ ਦੀ ਵੰਸ਼ ਵਿੱਚੋਂ ਹੀ ਜਿਹੜੇ ਕਵੀ ਸੰਤੋਖ ਸਿੰਘ, ਜਿਹਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ, ਜਿਹਨੂੰ ਚੁੜਾਮਨ ਕਵੀ ਭਾਈ ਸੰਤੋਖ ਸਿੰਘ ਕਰਤਾ ਸੂਰਜ ਪ੍ਰਕਾਸ਼ ਕਹਿੰਦੇ ਨੇ, ਉਹਨਾਂ ਦਾ ਜਨਮ ਬੁੜੀਏ ਜ਼ਿਲ੍ਹਾ ਅੰਬਾਲੇ ਦੇ ਵਿੱਚ ਹੀ ਹੋਇਆ ਹੈ। ਇਹਨਾਂ ਅੰਮ੍ਰਿਤ ਛਕਣ ਤੋਂ ਪਹਿਲਾਂ ਇਹਨਾਂ ਦੇ ਨਾਮ ਜਿਹੜੇ ਸਨ ਉਹ ਦਿਆ ਰਾਮ, ਧਰਮ ਰਾਮ, ਮੁਕਮ ਚੰਦ, ਸਾਹਿਬ ਚੰਦ, ਹਿੰਮਤ ਦਾਸ, ਸੰਤ ਪਰਜ ਗੁਰੂ ਸਾਹਿਬ ਜੀ ਨੇ, ਕਿਉਂਕਿ ਸਾਰਿਆਂ ਦੇ ਨਾਲ ਫਿਰ ਸਿੰਘ ਤੇ ਕੌਰ ਜਿਹੜੇ ਹਨ ਉਹ ਅੱਖਰ ਲਾ ਕੇ, ਤੇ ਸਾਰੇ ਗੁਰੂ ਸਾਹਿਬ ਜੀ ਨੇ ਬੱਚਿਆਂ ਲਈ ਸਿੰਘ ਤੇ ਬੱਚੀਆਂ ਲਈ ਕੌਰ ਲਫ਼ਜ਼ ਜਿਹੜਾ ਸੀ ਪੱਕਾ ਹੀ ਕਰ ਦਿੱਤਾ ਵੀ ਇਹ ਹੋਏਗਾ। ਪੰਜਾਂ ਪਿਆਰਿਆਂ ਦੀ ਪ੍ਰਧਾਨਤਾ ਦਾ ਸਾਰੇ ਸਿੱਖ ਜਗਤ ਜਾਣਦਾ ਹੈ ਕਿ ਕਿਵੇਂ ਇਹਨਾਂ ਨੇ ਸੀਸ ਭੇਟ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅੰਮ੍ਰਿਤ ਦੀ ਜਾਚਨਾ ਕਰਕੇ ਪੰਜਾਂ ਪਾਸੋਂ ਅੰਮ੍ਰਿਤ ਛਕਿਆ, ਗੋਬਿੰਦ ਦਾਸ ਤੋਂ ਗੋਬਿੰਦ ਸਿੰਘ ਬਣੇ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਤਾਂ ਇਹ ਪੰਜ ਪਿਆਰੇ ਜਿਨ੍ਹਾਂ ਦਾ ਆਪਣੇ ਸੀਸ ਭੇਟ ਕਰਨ ਦਾ ਇਤਿਹਾਸ ਸਾਨੂੰ ਮਿਲਦਾ ਹੈ, ਇਹ ਅਸਲ ਵਿੱਚ ਉਹਨਾਂ ਪੰਜਾਂ ਪਿਆਰਿਆਂ ਨੂੰ ਅਰਦਾਸ ਦੇ ਵਿੱਚ ਅਸੀਂ ਯਾਦ ਕਰਦੇ ਹਾਂ, ਜਿਨ੍ਹਾਂ ਦਾ ਨਾਮ ਪੰਜ ਪਿਆਰੇ 4 ਸਾਹਿਬਜ਼ਾਦੇ ਕਰਕੇ ਅਸੀਂ ਲੈਂਦੇ ਹਾਂ। ਇਹ ਇਤਿਹਾਸ ਇਹਨਾਂ ਪੰਜਾਂ ਦਾ ਹੈ, ਜਿਹੜੇ ਪੰਜਾਂ ਦੇ
ਜਿਨ੍ਹਾਂ ਨੂੰ ਅਸੀਂ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ। ਤੋ ਸੀਸ ਭੇਟ ਕਰਨ ਵਾਲੇ ਮੈਂ ਫਿਰ ਬੇਨਤੀ ਕਰਦੇ ਹਾਂ ਵੀ ਅੱਜ ਵੀ ਉਹਨਾਂ ਦੀ ਯਾਦ ਅਸੀਂ ਜਦੋਂ ਪੰਜਾਂ ਪਿਆਰਿਆਂ ਦਾ ਗੱਫਾ ਕੱਢਦੇ ਹਾਂ, ਇਹ ਕੜਾਹ ਪ੍ਰਸ਼ਾਦ ਦਾ, ਉਹਨਾਂ ਦੀ ਯਾਦ ਚ ਕਰਦੇ ਹਾਂ, ਕਿਉਂਕਿ ਉੱਥੇ ਕੁਰਬਾਨੀ ਦਾ ਜਜ਼ਬਾ, ਆਪਣੇ ਆਪ ਨੂੰ ਭੇਟ ਕਰਨ ਦਾ ਜਜ਼ਬਾ ਜਿਹੜਾ ਹੈ ਉਹ ਸਾਡੇ ਅੰਦਰ ਪੈਦਾ ਹੁੰਦਾ ਹੈ। ਉਹਨਾਂ ਦੀ ਯਾਦ ਹੈ ਤੇ ਉਹਨਾਂ ਦੀ ਯਾਦ ਕਰਕੇ ਹੀ ਅਸੀਂ ਉਹਨਾਂ ਪੰਜਾਂ ਦਾ ਗੱਫਾ ਵੀ ਅੱਜ ਪੰਜਾਂ ਪਿਆਰਿਆਂ ਦਾ ਵੀ ਕੱਢਦੇ ਹਾਂ। ਤੋ ਆਪ ਜੀ ਜਿਨ੍ਹਾਂ ਦਾ ਵੀ ਹੈਂਡ ਰੇਜ਼ ਹੈ, ਬੇਨਤੀ ਕਰਾਂਗਾ ਵੀ ਬਾਅਦ ਵਿੱਚ ਆਪ ਜੀ ਸਵਾਲ ਦਾ ਲੈ ਲਿਆ ਜਾਏਗਾ ਕਿ ਆਪ ਜੀ ਥੋੜੀ ਦੇਰ ਇੰਤਜ਼ਾਰ ਕਰ ਲਓ। ਉਸ ਤੋਂ ਬਾਅਦ ਲਫ਼ਜ਼ ਆਉਂਦਾ ਚਾਰ ਸਾਹਿਬਜ਼ਾਦੇ। ਚਾਰ ਸਾਹਿਬਜ਼ਾਦੇ ਲਫ਼ਜ਼ ਜਿਹੜਾ ਹੈ ਇਹ ਕਲਗੀਧਰ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੇ ਲਈ ਵਰਤਿਆ ਜਾਂਦਾ ਹੈ, ਜਿਹੜੇ ਗੁਰੂ ਪਾਤਸ਼ਾਹ ਜੀ ਦੇ ਚਾਰੇ ਪੁੱਤਰ ਸਨ। ਇਹ ਕੇਵਲ ਗੁਰੂ ਵੰਸ਼ ਕਰਕੇ ਇਹਨਾਂ ਦਾ ਸਤਿਕਾਰ ਨਹੀਂ ਹੈ ਵੀ ਕੇਵਲ ਗੁਰੂ ਦੇ ਘਰ ਵਿੱਚ ਜਨਮ ਲੈ ਲਿਆ, ਪਰ ਜਿਨ੍ਹਾਂ ਨੇ ਗੁਰੂ ਘਰ ਜਨਮ ਲਿਆ ਉਹ ਤਾਂ ਪੁੱਤਰੀ ਕੋਲ ਨਾ ਪਾਲਿਓ ਦੀ ਗੱਲ ਵੀ ਜਿਹੜੀ ਹੈ ਉਹ ਵੀ ਸਾਡੀ ਗੁਰਬਾਣੀ ਦੇ ਵਿੱਚ ਲਿਖੀ ਮਿਲਦੀ ਹੈ। ਉਹਨਾਂ ਨੇ ਸਤਿਗੁਰੂ ਜੀ ਦਾ ਹੁਕਮ ਹੀ ਨਹੀਂ ਸੀ ਮੰਨਿਆ। ਰਾਏ ਰਾਮਕਲੀ ਕੀ ਵਾਰ ਜੋ ਰਾਏ ਬਲਵੰਤ ਸੱਤੇ ਡੂਮ ਆਖੀ ਦੇ ਵਿੱਚ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਹੈ। ਉਹਨਾਂ ਨੇ ਸਤਿਗੁਰੂ ਜੀ ਉਹਨਾਂ ਨੂੰ ਫਟਕਾਰ ਦਿੱਤਾ। ਸਤਿਕਾਰ ਕੇਵਲ ਉਹਨਾਂ ਨੂੰ ਮਿਲਿਆ ਹੈ ਸਿੱਖੀ ਵਿੱਚ ਜਿਹੜੇ ਸਿੱਖੀ ਦੀ ਕਸਵੱਟੀ ਤੇ ਪੂਰੇ ਉਤਰਦੇ ਰਹੇ। ਜਿਹੜੇ ਸਿੱਖੀ ਦੀ ਕਸਵੱਟੀ ਤੇ ਪੂਰੇ ਨਹੀਂ ਉਤਰਦੇ ਉਹਨਾਂ ਨੂੰ ਸਿੱਖੀ ਵਿੱਚ ਸਤਿਕਾਰ ਨਹੀਂ ਮਿਲਿਆ। ਗੁਰੂ ਨਾਨਕ ਸਾਹਿਬ ਦੇ ਦੋ ਪੁੱਤਰ ਹੋਏ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ। ਬਾਬਾ ਸ੍ਰੀ ਚੰਦ ਜੀ ਤਾਂ ਉਦਾਸੀ ਬਣ ਗਏ, ਉਹਨਾਂ ਨੇ ਉਦਾਸੀ ਪੱਥ ਚਲਾ ਲਿਆ। ਉਦਾਸੀ ਦੀ ਰੀਤ ਤੇ ਗ੍ਰਸਥਮੈ ਉਦਾਸ ਦੇ ਸਿੱਖੀ ਸਿਧਾਂਤ ਦੇ ਉਲਟ ਹੈ, ਜਿਹੜੀ ਵੱਖਰੀ ਉਦਾਸੀ ਬਣ ਜਾਣਾ। ਇਸ ਵਾਸਤੇ ਉਹ ਰੀਤੀ ਨੂੰ ਗੁਰੂ ਘਰ ਦੇ ਗੁਰੂ ਬਾਬੇ ਦੀ ਨਜ਼ਰਾਂ ਵਿੱਚ ਮਨਜ਼ੂਰੀ ਨਹੀਂ ਮਿਲ ਸਕੀ ਔਰ ਗੁਰੂ ਬਾਬੇ ਨੇ ਉਹਨਾਂ ਨੂੰ ਕੋਈ ਥਾਂ ਵੀ ਨਾ ਦਿੱਤੀ। ਗੁਰੂ ਨਾਨਕ ਦੇਵ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ। ਬਾਬਾ ਲਖਮੀ ਦਾਸ ਜੀ ਵੈਸੇ ਸੰਸਾਰੀ ਰੁਚੀ ਵਾਲੇ ਨਹੀਂ ਸਨ ਰੱਖਦੇ, ਇਸ ਲਈ ਉਹ ਵੀ ਪ੍ਰਵਾਨ ਨਹੀਂ ਹੋਏ। ਪ੍ਰਵਾਨ ਕੌਣ ਹੋਇਆ? ਲਹਿਣਾ। ਕੌਣ? ਭਾਈ ਲਹਿਣਾ, ਜਿਸ ਨੇ ਬਾਬੇ ਦੇ ਆਪਣੇ ਜਿਸ ਨੂੰ ਬਾਬੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਅੰਗ ਅੰਗ ਲਗਾ ਕੇ ਗੁਰੂ ਅੰਗਦ ਦੇਵ ਬਣਾ ਦਿੱਤਾ। ਹੁਣ ਭਾਈ ਲਹਿਣਾ ਵੀ ਕੇਵਲ ਨੇੜੇ ਰਹਿਣ ਕਰਕੇ ਨਹੀਂ ਹੋ ਗਿਆ। ਭਾਈ ਲਹਿਣਾ ਜਿਨ੍ਹਾਂ ਦੀ ਆਪਣੇ ਜਿਹੜੇ ਗੁਰੂ ਅੰਗਦ ਦੇਵ ਬਣ ਕੇ ਜਿਨ੍ਹਾਂ ਨੇ ਸ਼ਲੋਕ ਉਚਾਰੇ, ਜਿਨ੍ਹਾਂ ਦੇ ਸ਼ਲੋਕਾਂ ਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ, ਉਹਨਾਂ ਨੇ ਆਪਾ ਭਾਵ ਵਾਰਿਆ ਹੈ। ਆਪਾ ਭਾਵ ਵਾਰਿਆ ਹੈ। ਆਪਾ ਭਾਵ ਵਾਰ ਕੇ ਭਾਈ ਲਹਿਣਾ ਵੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਜਾ ਕੇ ਪਰਿਵਾਰ ਹੁੰਦੇ ਹਨ। ਸ੍ਰੀ ਚੰਦ ਆਪਣਾ ਹੱਕ ਸਮਝਦੇ ਸੀਗੇ ਗੱਦੀ ਦੇ ਉੱਤੇ ਸਾਰੀ ਸੰਸਾਰੀ ਦ੍ਰਿਸ਼ਟੀ ਕਰਕੇ। ਔਰ ਜਦੋਂ ਗੁਰੂ ਬਾਬੇ ਜੀ ਗੁਰੂ ਨਾਨਕ ਪਾਤਸ਼ਾਹ ਦੇ ਫੈਸਲੇ ਤੇ ਉਹਨਾਂ ਨੇ ਕਿੰਤੂ ਪ੍ਰੰਤੂ ਵੀ ਕੀਤਾ ਤਾਂ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੈਸੇ ਹੀ ਵੱਖਰੇ ਕਰਤਾ। ਕਹਿਣ ਦਾ ਮੇਰਾ ਮਤਲਬ ਹੈ ਪ੍ਰਵਾਨ ਕੌਣ ਹੁੰਦਾ ਸਿੱਖੀ ਵਿੱਚ? ਸਿੱਖੀ 'ਚ ਉਹ ਪ੍ਰਵਾਨ ਹੁੰਦਾ ਜਿਹੜਾ ਹੁਕਮ ਮੰਨਦਾ, ਸੱਚਮੁੱਚ ਹੀ ਪਹਿਰਾ ਦਿੰਦਾ ਹੋਵੇ। ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਜਿੰਨੀਆਂ ਪ੍ਰੀਖਿਆ ਹੋਈਆਂ, ਜਿੰਨਾ ਕੁਛ ਹੋਇਆ, ਉਹ ਅਸੀਂ ਸਾਰੇ ਇਤਿਹਾਸ ਨੂੰ ਵੱਖਰੇ ਇਤਿਹਾਸ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਜਾਂ ਕਰਦੇ ਰਿਹਾ। ਪਰ ਸਿਰਫ ਮੈਂ ਗੱਲ ਕਰ ਰਿਹਾ ਵੀ ਇੱਥੇ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਕਿਉਂ ਆਉਂਦਾ ਹੈ? ਚਾਰ ਸਾਹਿਬਜ਼ਾਦੇ ਕਿਉਂ? ਕਿਉਂਕਿ ਇਹਨਾਂ ਨੇ ਇੱਕ ਅਦੁੱਤੀ ਸ਼ਹਾਦਤ ਸੂਰਮਗਤੀ ਦੀ ਪ੍ਰਾਪਤ ਕੀਤੀ ਹੈ। ਇਹ ਚੌਹਾਂ ਦੀ ਜਿਹੜੀ ਸ਼ਹਾਦਤ ਹੈ ਇਹ ਇੱਕ ਪੰਥ ਲਈ ਸਦੀਵੀ ਪ੍ਰੇਰਨਾ ਦੀ ਸਰੋਤ ਹੈ। ਅੱਜ ਇਤਿਹਾਸ ਪੜ੍ਹਨ ਵਾਲਿਆਂ ਦੇ ਇਹ ਇਤਿਹਾਸ ਪੜ੍ਹ ਕੇ ਅੰਦਰ ਕੰਬਣੀ ਜੀ ਛਿੜਦੀ ਹੈ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਇਹ ਚਮਕੌਰ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ, ਜਦੋਂ ਸਰਹੰਦ ਦਾ ਇਤਿਹਾਸ ਪੜ੍ਹਦੇ ਹਾਂ, ਇਹ ਇੱਕ ਅੰਦਰਲੀ ਕੰਬਣੀ ਜੀ ਛਿੜ ਜਾਂਦੀ ਹੈ। ਜਦੋਂ ਉਹਨੇ ਕਿਹਾ ਗੁਰੂ ਪਾਤਸ਼ਾਹ ਜੀ ਉੱਥੇ ਚਮਕੌਰ ਸਾਹਿਬ ਦੀ ਗੜੀ 'ਚ ਬੈਠੇ ਹੋਏ ਨੇ ਤੇ ਉੱਤੋਂ ਇਹ ਕਹਿ ਰਹੇ ਨੇ ਸ਼ਾਬਾਸ਼ ਬੱਚਿਓ, ਸ਼ਾਬਾਸ਼ ਬੱਚਿਓ, ਤੁਸੀਂ ਜਦੋਂ ਅਜੇ ਸੰਸਾਰ 'ਚ ਨਹੀਂ ਸੀ ਉਪਜੇ ਉਸ ਵੇਲੇ ਤੁਹਾਡੇ ਦਾਦਾ ਜੀ ਨੇ ਸ਼ਹਾਦਤ ਦਿੱਤੀ ਸੀ। ਜਾਓ ਅੱਜ ਵੀ ਤੁਸੀਂ ਜਾ ਕੇ ਆਪਣੀ ਸ਼ਹਾਦਤ ਦੇ ਕੇ ਆਪਣਾ ਨਾਮ ਉੱਚਾ ਕਰੋ, ਰੋਸ਼ਨ ਕਰੋ, ਦਾਦੇ ਦੀ ਖੁਸ਼ੀਆਂ ਪ੍ਰਾਪਤ ਕਰੋ। ਇੰਨੀ ਕੁਰਬਾਨੀ ਦਾ ਜਜ਼ਬਾ ਕਲਗੀਧਰ ਪਾਤਸ਼ਾਹ ਜੀ ਦੇ ਬੱਚਿਆਂ ਦੇ ਵਿੱਚੋਂ ਜਿਹੜਾ ਚਮਕੌਰ ਦੇ ਮੈਦਾਨ ਵਿੱਚ ਸਤਿਗੁਰੂ ਜੀ ਗੱਲਾਂ ਕਰ ਰਹੇ ਨੇ ਔਰ ਫਿਰ ਸਾਰਾ ਸਾਹਮਣੇ ਦੇਖ ਕੇ ਤੇ ਜਦੋਂ ਸ਼ਹੀਦ ਹੁੰਦਾ ਸਾਹਿਬਜ਼ਾਦੇ ਨੂੰ ਦੇਖਦੇ ਨੇ ਤੇ ਅੱਗੋਂ ਜਕਾਰਾ ਵਜਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦਾ ਸਵਾਗਤ ਕੀਤਾ ਜਾਂਦਾ ਹੈ। ਕੋਈ ਢਿੱਲੀ ਕਲਾ ਜਾਂ ਮਾੜੀ ਮੋਟੀ ਵੀ ਕਿਤੇ ਕਮਜ਼ੋਰੀ ਦੀ ਨਿਸ਼ਾਨੀ ਜਿਹੜੀ ਹੈ
ਉਹ ਨਹੀਂ ਮਿਲਦੀ। ਔਰ ਨਾ ਹੀ ਇਹਨਾਂ ਸਾਹਿਬਜ਼ਾਦਿਆਂ ਨੇ ਕਿਤੇ ਆਪਣਾ ਕਮਜ਼ੋਰੀ ਦੀ ਗੱਲ ਕਿਤੇ ਦਿਖਾਈ ਹੈ। ਜੇ ਛੋਟੇ ਸਾਹਿਬਜ਼ਾਦੇ ਦੀ ਗੱਲ ਕਰਦੇ ਹਾਂ, ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਦੀਵਾਰਾਂ ਵਿੱਚ ਖੜੇ ਹੋਏ ਨੇ, ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਤੇ ਉਹ ਅੱਗੋਂ ਕਹਿੰਦੇ ਨੇ ਜੁੱਤੀ ਦੀ ਇੱਕ ਠੋਕਰ ਲਾ ਕੇ ਤਾਜ ਤੱਕ ਠੁਕਰਾ ਸਕਦੇ ਹਾਂ, ਕੰਧਾਂ ਵਿੱਚ ਚਿਣਵਾ ਕੇ ਆਪਣਾ ਰੋਮ ਰੋਮ ਮੁਸਕਰਾ ਸਕਦੇ ਹਾਂ। ਜਦੋਂ ਉਹਨਾਂ ਨੂੰ ਕਿਹਾ ਤੁਸੀਂ ਧਰਮ ਛੱਡ ਦਿਓ, ਕਹਿੰਦੇ ਨਹੀਂ ਤਾਂ ਮਾਰ ਦਿੱਤੇ ਜਾਓਗੇ, ਤਾਂ ਅੱਗੋਂ ਕਹਿੰਦੇ ਧਰਮ ਨਾ ਤਜੇ ਹੈ ਤੁਰਕ न ਬਣੇ ਹੈ, ਸੀਸ ਨਿਜ ਦੇ ਹੈ ਜੈਸੇ ਬੜੋ ਨੇ ਦਿਏ ਹੈ। ਵੀ ਸਾਡੇ ਵੱਡਿਆਂ ਨੇ ਸੀਸ ਭੇਟ ਕੀਤਾ, ਅਸੀਂ ਵੀ ਸੀਸ ਉਸੇ ਤਰ੍ਹਾਂ ਦਿਆਂਗੇ। ਸਾਡੇ ਦਾਦੇ ਨੇ ਸੀਸ ਭੇਟ ਕੀਤਾ, ਅਸੀਂ ਵੀ ਸੀਸ ਉਸੇ ਤਰ੍ਹਾਂ ਦਿਆਂਗੇ। ਅਸੀਂ ਧਰਮ ਨਹੀਂ ਛੱਡਦੇ, ਤੁਰਕ ਨਹੀਂ ਬਣਨਾ। ਧਰਮ न ਤਜੇ ਹੈ ਤੁਰਕ न ਬਣੇ ਹੈ, ਸੀਸ ਨਿਜ ਦੇ ਹੈ ਜੈਸੇ ਬੜੋ ਨੇ ਦਿਏ ਹੈ। ਕਿੰਨੀ ਮਹਾਨਤਾ ਹੈ ਛੋਟੇ ਛੋਟੇ ਬੱਚਿਆਂ ਦੀ ਉਹਨਾਂ ਬੋਲਾਂ ਦੇ ਵਿੱਚ, ਕਿੰਨੀ ਮਹਾਨਤਾ ਹੈ। ਜਦੋਂ ਉਹਨਾਂ ਨੇ ਕਿਹਾ ਵੀ ਤੂੰ ਸਾਨੂੰ ਲਾਲਚ ਦਿੱਤੇ ਗਏ, ਡਰਾਵੇ ਦਿੱਤੇ ਗਏ, ਲਾਲਚ ਦਿੱਤੇ ਗਏ ਵੀ ਆਓ ਤੁਹਾਨੂੰ ਆਹ ਦੇ ਦਿਆਂਗੇ, ਆਹ ਦਿਆਂਗੇ, ਤੇ ਅੱਗੋਂ ਸਾਹਿਬਜ਼ਾਦੇ ਬੜੇ ਕਹਿੰਦੇ ਜਵਾਬ ਦਿੰਦੇ, ਸਾਹਿਬਜ਼ਾਦਿਆਂ ਕੜਕ ਕੇ ਕਿਹਾ ਸੂਬੇ, ਪਰਬਤ ਦਾਬਿਆਂ ਨਾਲ ਨਹੀਂ ਹੱਲ ਜਾਂਦੇ। ਪੁੱਤਰ ਹੋਣ ਜਿਹੜੇ ਸ਼ੇਰ ਬੱਬਰਾਂ ਦੇ, ਕਦੀ ਭੇਡਾਂ ਦੇ ਵਿੱਚ ਨਹੀਂ ਰਲ ਜਾਂਦੇ। ਐਵੇਂ ਭੁਲੇਖਾ ਨਾ ਖਾ, ਐਵੇਂ ਟਾਈਮ ਵੇਸਟ ਨਾ ਕਰ, ਆਪਣਾ ਸਮਾਂ ਬਰਬਾਦ ਨਾ ਕਰ। ਸ਼ੇਰਾਂ ਦੇ ਪੁੱਤਰ ਕਦੀ ਭੇਡਾਂ ਵਿੱਚ ਨਹੀਂ ਰਲਦੇ, ਨਾ ਹੀ ਉਹਨਾਂ ਨੂੰ ਭੇਡਾਂ ਵਿੱਚ ਕਦੀ ਰਲਾਇਆ ਸੁਣਿਆ ਹੈ। ਤੂੰ ਦੇਖ, ਤੂੰ ਕਹਿ ਰਿਹਾ ਤੇਰੇ ਪਿਤਾ ਜੀ ਮਾਰ ਦਿੱਤੇ ਗਏ ਨੇ, ਤੁਹਾਨੂੰ ਮਾਰ ਕਰ ਦਿੱਤਾ ਗਿਆ। ਉਹ ਭਲਿਆ ਤੂੰ ਸੱਚ ਨੂੰ ਦਬਾਉਣਾ ਚਾਹੁੰਦਾ ਹੈ? ਭਲਾ ਦੱਸ, ਸਾਨੂੰ ਖਰੀਦਣਾ ਚਾਹੁੰਦਾ ਹੈ? ਅਸੀਂ ਕੋਈ ਕਬਾੜੀਏ ਦਾ ਮਾਲ ਹਾਂ ਜਿਹੜੇ ਹੱਟੀ ਤੇ ਜਾ ਕੇ ਵਿਕ ਜਾਈਏ, ਕਦੀ ਕਿਸੇ ਦੇ ਹੱਟੀ ਤੇ ਕਿਸੇ ਕਦੇ ਹੱਟੀ ਤੇ ਵਿਕ ਜਾਈਏ? ਕਿ ਅਸੀਂ ਕਬਾੜੀਏ ਦੇ ਮਾਲ ਹਾਂ, ਕਬਾੜ ਦਾ ਮਾਲ ਹਾਂ ਜਿਹੜੇ ਵਿਕ ਜਾਵਾਂਗੇ? ਸਾਨੂੰ ਕਬਾੜ ਦਾ ਮਾਲ ਨਾ ਸਮਝ। ਇਹ ਸੱਚ ਹੈ, ਸੱਚ ਕਦੀ ਡੱਬੀਆਂ ਵਿੱਚ ਬੰਦ ਨਹੀਂ ਹੁੰਦਾ, ਸੱਚ ਜੀਵਨ ਤੋਂ ਬੋਲਦਾ ਹੈ। ਅਸੀਂ ਸੱਚ ਦੀ ਗੱਲ ਕਰਨ ਆਏ ਹਾਂ, ਸੱਚ ਦੀ ਗੱਲ ਕਰਾਂਗੇ, ਸੱਚ ਲਈ ਕੁਰਬਾਨ ਹੋਵਾਂਗੇ, ਸੱਚ ਲਈ ਸ਼ਹਾਦਤ ਦਿਆਂਗੇ। ਉਮਰ ਕਿੰਨੀ ਹੈ? ਉਮਰ ਦਾ ਕੋਈ ਤਕਾਜ਼ਾ ਹੀ ਨਹੀਂ। ਅਸੀਂ ਦੇਖਦੇ ਹਾਂ ਕੋਈ 7-9 ਸਾਲ ਲਿਖਦਾ, ਕੋਈ 6-8 ਸਾਲ ਲਿਖਦਾ ਹੈ। ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਇੱਕ ਸੂਰਮ ਗਤੀ ਦੀ, ਇੱਕ ਬੇਮਿਸਾਲ ਦੀ ਪ੍ਰੇਰਨਾ ਸਾਡੇ ਸਾਹਮਣੇ ਰੱਖਦੀ ਹੈ। ਉਹ ਅੱਖ ਪੱਥਰ ਦੀ ਹੋਏਗੀ ਜਿਹੜਾ ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਪੜ੍ਹ ਕੇ ਉਹਦੀਆਂ ਅੱਖਾਂ ਚੋਂ ਕਿਤੇ ਅਥਰੂ ਨਾ ਡਿੱਗਦੇ ਹੋਣਗੇ। ਉਹ ਸੱਚਮੁੱਚ ਪੱਥਰ ਦੀ ਅੱਖ ਕਹੀ ਜਾ ਸਕੇਗੀ। ਇੰਨਾ ਕਮਾਲ ਦਾ ਇਤਿਹਾਸ। ਇਸੇ ਕਰਕੇ ਹੀ ਇਹ 4 ਸਾਹਿਬਜ਼ਾਦਿਆਂ ਦਾ ਨਾਮ ਜਿਹੜਾ ਸੀ ਉਹਦੇ ਵਿੱਚ ਦਿੱਤਾ ਗਿਆ। ਇਹਨਾਂ ਨੇ ਅਸਲ ਵਿੱਚ ਸ਼ਹਾਦਤ ਦੀ ਪਰੰਪਰਾ ਨੂੰ 4 ਚੰਨ ਲਾਏ ਹਨ। ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ, ਜਿਹੜੇ ਸਾਹਿਬਜ਼ਾਦੇ ਗੁਰੂ ਘਰ ਨਾਲ ਈਰਖਾ ਤੇ ਵੈਰ ਦੀ ਭਾਵਨਾ ਕਰਦੇ ਸਨ, ਉਹ ਆਪ ਗੱਦੀਆਂ ਲਾ ਕੇ ਵੀ ਬੈਠੇ ਰਹੇ। ਉਹ ਗੱਦੀਆਂ ਦੇ ਚਲਾਉਣ ਦਾ ਕੰਮ ਵੀ ਉਹਨਾਂ ਨੇ ਕੀਤਾ, ਗੁਰੂ ਘਰ ਤੋਂ ਬੇਮੁਖ ਵੀ ਹੋ ਗਏ। ਪਿਛਲੱਗਾਂ ਦੇ ਨਾਲ ਉਹਨਾਂ ਨੂੰ ਅੱਜ ਦੇਖੋ, ਤੇ ਜਿਹੜੇ ਬੇਮੁਖ ਹੋ ਗਏ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਵਿੱਚ ਉਹਨਾਂ ਦਾ ਜ਼ਿਕਰ ਵੀ ਕਰ ਦਿੱਤਾ। ਮੀਣੇ ਮਸੰਦ ਧੀਰ ਮਲੀਏ ਰਾਮ ਰਾਈਏ, ਕੁੜੀ ਮਾਰ ਨੜੀ ਮਾਰ, ਇਹ ਸਾਰੇ ਇਹਨਾਂ ਨਾਲ ਵਰਤਣ ਵਾਲੇ ਤਨਖਾਹੀਏ ਹੋ ਜਾਂਦੇ ਨੇ। ਇਹਨਾਂ ਨੂੰ ਅੱਜ ਤੱਕ ਗੁਰੂ ਪੰਥ ਨੇ ਮਾਫ ਨਹੀਂ ਕੀਤਾ। ਜਿਹੜਾ ਨੇ ਗੁਰੂ ਘਰ ਨਾਲ ਟੱਕਰ ਲਈ ਜਾਂ ਗੁਰੂ ਘਰ ਦੇ ਨਾਲ ਮੱਥਾ ਲਾਇਆ, ਉਹਨਾਂ ਨੂੰ ਅੱਜ ਤੱਕ ਵੀ ਗੁਰੂ ਘਰ ਨੇ ਜਾਂ ਪੰਥ ਨੇ ਵੀ ਮਾਫ ਨਹੀਂ ਕੀਤਾ। ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 4 ਸਾਹਿਬਜ਼ਾਦਿਆਂ ਦੀ ਪਾਵਨ ਯਾਦ ਨੂੰ ਹੀ ਪੰਥ ਦੀ ਨਿਤ ਅਰਦਾਸ ਵਿੱਚ ਤਾਜ਼ਾ ਕੀਤਾ ਜਾਂਦਾ ਹੈ, ਜਿਹੜੀ 4 ਸਾਹਿਬਜ਼ਾਦਿਆਂ ਨੂੰ। ਕਿਉਂਕਿ ਸਿਦਕ ਦਾ ਇੱਕ ਆਦਰਸ਼ ਤੇ ਉੱਚਾ ਨਮੂਨਾ ਨਿਭਾਉਂਦਿਆਂ ਹੋਇਆ ਇਹਨਾਂ ਬੱਚਿਆਂ ਨੇ, ਇਹਨਾਂ ਸਾਹਿਬਜ਼ਾਦਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਤੋ ਅਰਦਾਸ ਉਹਨਾਂ ਦੀ ਯਾਦ ਵਿੱਚ ਸਿੜਨ ਨੂੰ ਇੱਕ ਸ਼ਰਧਾਂਜਲੀ ਦੇਣ ਦਾ ਇੱਕ ਛੋਟਾ ਜਿਹਾ ਰਸਤਾ ਹੈ। ਉਹਨਾਂ ਦੇ ਸਿੜ ਤੇ ਸਿਦਕ ਅੱਗੇ ਆਪਣਾ ਸੀਸ ਝੁਕਾਉਣ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ, ਜਿਹਦੇ ਕਰਕੇ ਉਹਨਾਂ 4 ਸਾਹਿਬਜ਼ਾਦਿਆਂ ਦਾ ਜਿਹੜਾ ਨਾਮ ਹੈ ਉਹ ਅਰਦਾਸ ਦੇ ਵਿੱਚ ਲਿਆ ਜਾਂਦਾ ਹੈ। ਤੋ ਇਹ 4 ਸਾਹਿਬਜ਼ਾਦਿਆਂ ਦੀ ਸ਼ਹਾਦਤ, 5 ਪਿਆਰਿਆਂ 4 ਸਾਹਿਬਜ਼ਾਦਿਆਂ ਦੀ ਜਿਹੜੀ ਗੱਲ ਹੈ, ਇਹ ਅਦੁੱਤੀ ਸ਼ਹਾਦਤ ਹੋਈ ਹੈ। ਜਿਹੜੀ ਸ਼ਹਾਦਤ ਇਹ ਕਲਗੀਧਰ ਪਾਤਸ਼ਾਹ ਦੇ ਛੋਟੇ ਲਾਡਲਾ ਨੇ ਦਿੱਤੀ ਹੈ। ਇਸ ਵਾਸਤੇ ਹੀ ਅਰਦਾਸ ਵਿੱਚ ਇਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਫਿਰ ਅੱਗੇ 40 ਮੁਕਤਿਆਂ ਦੀ ਗੱਲ ਕਰਦੇ ਹਾਂ। 40 ਮੁਕਤਿਆਂ ਦਾ ਪਿਛੋਕੜ ਕੀ ਹੈ? ਕਿਹੜੇ 40 ਮੁਕਤੇ? ਇਤਿਹਾਸ ਵਿੱਚ ਕਈ 40 ਮੁਕਤੇ ਗਿਣੇ ਜਾਂਦੇ ਨੇ ਔਰ ਕਈਆਂ ਦੇ ਨਾਮ ਵੀ ਦਿੱਤੇ ਜਾਂਦੇ ਆ। ਪਰ
40 ਮੁਕਤੇ ਅਰਦਾਸ ਵਿੱਚ ਜਿਹੜੇ ਉਹ ਯਾਦ ਕੀਤੇ ਜਾਂਦੇ ਨੇ ਜਿਹੜੇ ਮੁਕਤਸਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਹਨ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ, ਜਿਨ੍ਹਾਂ ਨੇ ਗੁਰੂ ਦੇ ਅੱਗੇ ਆਪਣਾ ਆਪ ਅਰਪਣ ਕੀਤਾ ਹੈ। ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ 40 ਮੁਕਤੇ, ਕਿਉਂਕਿ ਉਸ ਵੇਲੇ ਗੁਰੂ ਸਾਹਿਬ ਕੋਲ ਕੋਈ ਇੰਨੀ ਫੌਜ ਨਹੀਂ ਸੀ। ਸਤਿਗੁਰੂ ਚਮਕੌਰ ਦੀ ਗੜੀ ਤੋਂ ਨਿਕਲੇ ਪੰਥ ਦਾ ਹੁਕਮ ਮੰਨ ਕੇ, ਤੇ ਉੱਥੋਂ ਚਮਕੌਰ ਦੀ ਗੜੀ ਤੋਂ ਨਿਕਲ ਕੇ ਸਤਿਗੁਰੂ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ 'ਚ ਹੁੰਦੇ ਹੋਏ ਆਲਮਗੀਰ ਪਹੁੰਚੇ। ਆਲਮਗੀਰ ਤੋਂ ਭਾਈ ਨਗਾਈਆ ਨੇ ਘੋੜਾ ਭੇਟ ਕੀਤਾ। ਇੱਥੋਂ ਸਤਿਗੁਰੂ ਜੀ ਰਾਏ ਕੱਲੇ ਕੋਲ ਚੌਧਰੀ ਕੋਲ ਜਾਂਦੇ ਨੇ, ਜਿੱਥੇ ਜਫਰਨਾਮਾ ਜਾ ਕੇ ਲਿਖਿਆ ਜਾਂਦਾ। ਰਾਏ ਕੱਲੇ ਕੋਲ ਜਾ ਕੇ ਹੀ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਦਾ ਖਬਰ ਮਿਲਦੀ ਹੈ। ਔਰ ਇੱਥੋਂ ਸਤਿਗੁਰੂ ਪਾਤਸ਼ਾਹ ਫਿਰ ਮਾਲਵੇ ਦੀ ਧਰਤੀ ਦੇ ਉੱਤੇ ਜੋ ਮੁਕਤਸਰ ਦਾ ਇਲਾਕਾ ਹੈ ਉਸ ਪਾਸੇ ਨੂੰ ਜਾਂਦੇ ਨੇ। ਉੱਥੇ ਸਤਿਗੁਰੂ ਕੋਲ ਕੋਈ ਫੌਜ ਨਹੀਂ ਹੈ, ਲੇਕਿਨ ਜਿਹੜੇ ਦੁਸ਼ਮਣ ਦੀ ਫੌਜ, ਮੁਗਲਾਂ ਦੀ ਫੌਜ ਪਿੱਛਾ ਕਰਦੀ ਤੁਰੀ ਆਉਂਦੀ ਹੈ, ਤਾਂ ਉੱਥੇ ਜਿਹੜਾ ਯੁੱਧ ਹੁੰਦਾ ਹੈ ਉਹ ਜਿਹੜਾਂ ਨੇ ਕੁਰਬਾਨੀਆਂ ਕੀਤੀਆਂ, ਕਿਉਂਕਿ ਉਸ ਵੇਲੇ ਥਾਂ ਲੋੜ ਸੀ ਕਲਗੀਧਰ ਪਾਤਸ਼ਾਹ ਜੀ ਨੂੰ, ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ। ਉਹਨਾਂ ਨੂੰ 40 ਮੁਕਤਿਆਂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਉਹ 40 ਮੁਕਤਿਆਂ ਦੇ ਜਿਹੜੇ ਨਾਮ ਹਨ ਉਹ ਜਿਹੜੇ ਆਮ ਤੌਰ ਤੇ ਸਾਨੂੰ ਮਿਲਦੇ ਨੇ, ਜਿਨ੍ਹਾਂ ਨੂੰ ਪ੍ਰਿੰਸੀਪਲ ਸੁਖਬੀਰ ਸਿੰਘ ਨੇ ਵੀ ਲਿਖਿਆ ਤੇ ਭਾਈ ਕਾਹਨ ਸਿੰਘ ਨਾਭਾ ਨੇ ਵੀ ਲਿਖਿਆ, ਉਹ ਨਾਮ ਜਿਹੜੇ 40 ਹਨ ਉਹ ਇਤਿਹਾਸ ਨੇ ਸਾਰੇ ਦਿੱਤੇ ਹੋਏ ਹਨ। ਇੱਥੇ ਇਹਨਾਂ 40 ਮੁਕਤਿਆਂ ਨੂੰ ਜਿਹੜਾ ਹੈ ਉਹ ਯਾਦ ਕੀਤਾ ਜਾਂਦਾ ਹੈ। ਤੋ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਫਿਰ ਅੱਗੇ ਹਟੀਆਂ, ਜਪੀਆਂ, ਤਪੀਆਂ, ਇਹ ਸਾਰਾ ਜ਼ਿਕਰ ਜਿਹੜਾ ਆਉਂਦਾ ਹੈ, ਜਿਹਦਾ ਵਿਚਾਰ ਆਪਾਂ ਫਿਰ ਅਗਲੇ ਕਲਾਸਾਂ ਵਿੱਚ ਕਰਦੇ ਰਹਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਮੈਂ ਆਪਾਂ ਸੋ ਖਿਮਾ ਚਾਹੁੰਦਾ ਹਾਂ। ਆਪਾਂ ਸੋ ਵੀ ਮਾਫੀ ਚਾਹ ਰਹੇ ਹਾਂ ਕਿ ਅੱਜ ਆਵਾਜ਼ ਦੀ ਕੁਛ ਤਕਲੀਫ ਕਰਕੇ ਉਹ ਸਵਾਦ ਨਹੀਂ ਆਉਂਦਾ ਜਿਹੜਾ ਸਵਾਦ ਸਾਨੂੰ ਆਮ ਤੌਰ ਤੇ ਆਉਣਾ ਚਾਹੀਦਾ ਹੈ। ਤੋ ਇਸ ਇਤਿਹਾਸ ਦੇ ਵਿੱਚੋਂ ਇਹੋ ਕੁਝ ਸਿੱਖਣਾ ਦੀ ਲੋੜ ਹੈ ਕਿ ਅਰਦਾਸ ਵਿੱਚ ਜਦੋਂ ਅਸੀਂ ਯਾਦ ਕਰਦੇ ਹਾਂ 5 ਪਿਆਰੇ, ਤਾਂ ਸਾਡੇ ਮਨਾਂ ਦੇ ਵਿੱਚ ਉਹਨਾਂ ਦੇ ਹੁਕਮ ਮੰਨਣ ਦਾ ਸੰਕਲਪ ਉਸੇ ਵੇਲੇ ਬਿਜਲੀ ਦੀ ਤਰੰਗ ਵਾਂਗੂ ਘੁੰਮਣਾ ਚਾਹੀਦਾ ਹੈ ਕਿ ਹੁਕਮ ਮੰਨਣ ਵਾਲਾ ਹੀ ਪ੍ਰਵਾਨ ਹੁੰਦਾ ਹੈ। ਔਰ 4 ਸਾਹਿਬਜ਼ਾਦਿਆਂ ਨੂੰ ਜਦੋਂ ਯਾਦ ਕਰੀਏ ਤਾਂ ਫਿਰ ਜਦੋਂ ਸਾਡੇ ਉਹ ਕੁਰਬਾਨੀ ਦਾ ਉਹ ਜਜ਼ਬਾ ਸਾਡੇ ਅੰਦਰ ਤੁਰ ਤੱਕ ਚਲੇ ਜਾਣਾ ਚਾਹੀਦਾ ਹੈ ਕਿ ਉਹ ਜਿਹੜਾ ਕੁਰਬਾਨੀ ਦਾ ਜਜ਼ਬਾ ਉਹਨਾਂ ਦੇ ਅੰਦਰ ਸੀ, ਉਹ ਜਜ਼ਬਾ ਸਾਡੇ ਅੰਦਰ ਕਿਵੇਂ ਪੈਦਾ ਹੋਇਆ। ਅਰਦਾਸ ਦੇ ਇੱਕ ਇੱਕ ਸ਼ਬਦ ਵਿੱਚ ਵੱਡਾ ਵੱਡਾ ਇਤਿਹਾਸ ਜਿਹੜਾ ਹੈ ਉਹ ਛੁਪਿਆ ਹੋਇਆ ਹੈ, ਜਿਹੜਾ ਇੱਕ ਇਹਨਾਂ ਨੂੰ ਆਪਾਂ ਵਿਚਾਰ ਕਰਦੇ ਰਹਾਂਗੇ ਜੀ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।